हिंदुस्तान ਨੂੰ ਹੀ ਕਿਉਂ ਚੁਣਿਆ ਗਿਆ? ਕਿਉਂਕਿ ਬਹੁਤ ਸਾਰੇ ਟਰੈਕਟਰ ਨੇ ਅੱਜਕੱਲ, ਮੈਸੀ, ਸਵਰਾਜ, ਹੋਰ ਵੀ ਬਹੁਤ ਸਾਰੇ ਨੇ, ਪਰ ਜੇਕਰ ਕੱਲੀ ਚੋਣ ਜਾ ਕੇ ਉਹਨਾਂ ਦੀ ਅੱਖ ਹਿੰਦੁਸਤਾਨ ਤੇ ਕਿਉਂ ਟਿਕੀ? ਉਹ ਜਿੱਦਾਂ ਕਹਿੰਦੇ ਸੀਗੇ ਜੀ ਜਦੋਂ ਉਹ ਇੱਥੇ ਹੁੰਦੇ ਸੀਗੇ ਤੇ ਉਹ ਇਹ ਟਰੈਕਟਰ ਵਰਤਦੇ ਰਹੇ ਆ ਵੀ ਇਹ ਜੇ ਟਰੈਕਟਰ ਸਾਨੂੰ ਦੁਬਾਰਾ ਮਿਲ ਜੇ ਤਾਂ ਜ਼ਿਆਦਾ ਵਧੀਆ, ਤਾਂ ਕਿ ਅਸੀਂ ਅੱਗੇ ਲਈ ਆਪਣੀ ਪੀੜ੍ਹੀ ਨੂੰ ਉੱਥੇ ਦਿਖਾਈਏ ਵੀ ਅਸੀਂ ਇਹ ਟਰੈਕਟਰ ਨਾਲ ਇੰਡੀਆ 'ਚ ਪਹਿਲਾਂ ਖੇਤੀ ਕਰਦੇ ਰਹੇ ਹਾਂ। ਪਹਿਲਾਂ ਵੀ ਇਹਦਾ ਪੀਲਾ ਰੰਗ ਸੀ ਜਾਂ ਇਸ ਰੰਗ ਦਾ ਹੋਰ ਸੀਗਾ? ਬਿਲਕੁਲ ਜੀ ਓਰੀਜਨਲ ਆ, ਸਟicker ਵੀ ਇਹਦੇ ਓਰੀਜਨਲ ਆ ਜੀ, ਬਾਕੀ ਸਾਰਾ ਕੁਝ ਕਰਵਾਇਆ ਜੀ ਕੰਮ। ਕਿ ਇਦਾਂ ਨਹੀਂ ਵੀ ਸਿੱਧਾ ਅਸੀਂ ਟਰੈਕਟਰ ਦਾ ਆਰਡਰ ਦਿੱਤਾ ਤੇ ਉਹਨਾਂ ਨੇ ਬਣਾ ਕੇ ਖੜਾਤਾ ਤੇ ਅਸੀਂ ਚੱਕ ਲਏ। ਸਾਡੀ ਜੀ ਮਿਹਨਤ ਬਹੁਤ ਲੱਗੀ, ਇੱਧਰ ਵੀਰ ਹੋਣਾ ਦੀ ਬਹੁਤ ਮਿਹਨਤ ਲੱਗੀ ਆ, ਜਿਹੜੇ ਸਾਰੇ ਅਸੀਂ ਐਂ ਜਾਂਦੇ ਰਹੇ ਆ। ਜਾਣੀ ਕਿ ਸਾਡੇ ਘੱਟੋ ਘੱਟ 12-13 ਗੇੜੇ ਤਾਂ ਲੱਗੇ ਜੀ ਤਲਵੰਡੀ ਦੇ, ਇੱਥੋਂ ਪਿੰਡੋਂ ਅਸੀਂ ਜਾਂਦੇ ਰਹੇ ਆ 3 ਦਿਨਾਂ ਬਾਅਦ। ਇਹਨੂੰ ਭੇਜਣਾ ਸ਼ਿਪ ਦੇ ਰਾਹੀਂ ਹੈ, ਕਿੰਨਾ ਖਰਚਾ ਆ ਰਿਹਾ ਹੈ? ਇਹ ਜਾਣੀ ਕਿ ਜੀ ਕੰਟੇਨਰ ਜਾਣੇ ਆ ਸਾਡੇ 2, ਹੋਰ ਵੀ ਜਾਣੀ ਕਿ ਇਹ ਤਾਂ ਸਮਾਨ ਤੁਸੀਂ ਦੇਖ ਰਹੇ ਹੋ 3 ਚੀਜ਼ਾਂ ਇਹ ਨੇ। ਸਾਡਾ ਹੋਰ ਵੀ ਕਾਫੀ ਸਮਾਨ ਆ ਜੀ, ਗ੍ਰਾਸ ਕਟਰ ਆ, ਰੋਟਾਵੇਟਰ ਆ, ਹੋਰ ਵੀ ਇੱਕ ਟਰਾਲੀ ਸਾਡੀ ਰੈਡੀ ਹੋ ਰਹੀ ਹੈ ਜੀ 15 ਫੁੱਟੀ, ਜਾਣੀ ਕਿ ਲੋ ਪ੍ਰੋਫਾਈਲ ਟਰਾਲੀ ਜਿਹੜੀ ਹੁੰਦੀ ਹੈ ਨਾ ਜੀ, ਪਿੱਛੇ ਜੀਪਾਂ ਦੇ ਪਿੱਛੇ ਪੈਂਦੀ ਆ, ਤੇ ਉਹ ਜਾ ਰਹੀ ਹੈ ਰੈਡੀ ਹੋ ਕੇ। ਸੋ ਸਾਡਾ ਜੀ ਖਰਚਾ ਟੋਟਲ ਤਕਰੀਬਨ ਇੱਕ ਕੰਟੇਨਰ ਤੇ 6-6.5 ਲੱਖ ਦਾ ਹੋ ਰਿਹਾ। ਦੇਖ ਲਓ ਫਿਰ 2 ਕੰਟੇਨਰ ਜਾਣੇ ਜੀ, 12-13 ਲੱਖ ਦਾ ਤਾਂ ਖਰਚਾ ਸਾਡਾ ਆਏਗਾ ਜੀ। ਟਰੈਕਟਰ ਤਾਂ ਬਹੁਤ ਵਧੀਆ ਤਿਆਰ ਹੋ ਕੇ ਗਏ ਹੋਣੇ ਆ, ਪਰ ਅਸੀਂ ਤਾਂ ਇਹ 'ਤੇ ਪੂਰਾ ਜ਼ੋਰ ਲਾਇਆ ਸੀ ਵੀ ਮੰਨਦਾ ਵੀ ਇਹ ਵੀ ਵਨ ਆਫ ਦਾ ਬੈਸਟ ਹੋਊਗਾ ਉੱਥੇ ਜਿਹੜਾ ਹੋਊਗਾ ਕੈਨੇਡਾ 'ਚ ਅਵੇਲੇਬਲ ਟਰੈਕਟਰ। ਇੰਗਲੈਂਡ ਰਹਿ ਕੇ ਆਏ ਹੋ, ਤੁਹਾਨੂੰ ਕਦੀ ਇੰਗਲੈਂਡ ਦੀ ਧਰਤੀ ਤੇ ਇਹ ਚੀਜ਼ਾਂ ਮਿਲੀਆਂ ਦੇਖਣ ਦੇ ਲਈ? ਐਵੇਂ ਦੀਆਂ ਨਹੀਂ ਜੀ ਮਿਲੀਆਂ। ਉੱਥੇ ਫਾਰਮਾਂ ਦੇ ਵਿੱਚ ਟਰੈਕਟਰ ਹੈਗੇ ਆ ਵੱਡੇ, ਜੌਨ ਡੀਅਰ ਵਗੈਰਾ, ਕਲਾਸ਼ ਦੇ ਜਾਂ ਏਸ ਵਗੈਰਾ ਹੈਗੇ ਆ। ਮਤਲਬ ਇੰਗਲੈਂਡ ਦਾ ਏਰੀਆ ਬਹੁਤ ਘੱਟ ਆ, ਛੋਟਾ ਵਾ, ਪੰਜਾਬ ਜਿੱਡਾ ਹੀ ਆ, ਤੇ ਉੱਥੇ ਆਹ ਚੀਜ਼ਾਂ ਹੈ ਨਹੀਂ ਗੀਆਂ ਜਿਹੜੀਆਂ ਆਪਣੇ ਹੁਣ ਕੈਨੇਡਾ ਵਗੈਰਾ ਅਮਰੀਕਾ ਜਾ ਰਹੀਆਂ ਵਾ, ਇੰਗਲੈਂਡ ਦੇ ਵਿੱਚ ਨਹੀਂ ਹੈ। ਸਾਡੇ ਜਾਣੀ ਕਿ ਜੀ ਉੱਥੇ ਮੇਲੇ ਬਹੁਤ ਹੁੰਦੇ ਰਹਿੰਦੇ। ਪਹਿਲੀ ਗੱਲ ਤਾਂ ਜੀ ਇੱਥੇ ਸਾਡੀ ਕੰਪਨੀ ਸਾਹਮਣੇ ਗੁਰਦੁਆਰਾ ਵਾ, ਭਾਵੇਂ ਅਸੀਂ ਤਾਂ ਰੋਜ਼ ਹੀ ਉੱਥੇ ਜਾ ਕੇ ਹੁਣ ਜਾਂਦੇ ਸਰ ਖੜਾ ਦਈਏ। ਸੋ ਤਾਂ ਕਰਕੇ ਜੀ ਉਹ ਜਿਹੜੇ ਵੀ ਨਗਰ ਕੀਰਤਨ ਉੱਥੇ ਜ਼ਿਆਦਾਤਰ ਹੁੰਦੇ ਆ, ਤੇ ਅਸੀਂ ਜਾਂ ਮੇਲੇ ਹੁੰਦੇ ਆ, ਹੁਣ ਤਾਂ ਚਲੋ ਕਰੋਨਾ ਕਰਕੇ ਮੇਲੇ ਮੁੱਲੇ ਵੀ ਘੱਟ ਹੁੰਦੇ ਆ, ਤੇ ਸਾਡੇ ਟਰਾਂਸਪੋਰਟ ਵਾਲੇ, ਫਾਲਕਨ ਟਰਾਂਸਪੋਰਟ ਵਾਲੇ ਹਿੱਸਾ ਲੈਂਦੇ ਆ ਜੀ, ਬਖੂਬ ਹਿੱਸਾ ਲੈਂਦੇ ਆ। ਸੋ ਜਦੋਂ ਹੁਣ ਚਲੋ ਉੱਥੇ ਕਰੋਨਾ ਡਾਊਨ ਹੋ ਗਿਆ, ਕੰਮ ਆਏ ਗੈਦਰਿੰਗ ਹੋਣ ਲੱਗ ਗਈ ਉੱਥੇ ਮੇਲਿਆਂ 'ਚ, ਕਬੱਡੀ ਦੇ ਮੇਲਿਆਂ 'ਚ ਤੇ ਨਗਰ ਕੀਰਤਨਾਂ 'ਚ, ਗੁਰਦੁਆਰਿਆਂ ਦੇ ਮੇਲਿਆਂ 'ਚ ਇਹ ਜ਼ਰੂਰ ਹਿੱਸਾ ਬਣਿਆ ਕਰਨਾ ਜੀ। ਪੰਜਾਬ ਦੀ ਮਿੱਟੀ ਇਹ ਤਾਂ ਜੀ ਜਦੋਂ ਬੰਦਾ ਜਿੰਨੇ ਸਾਲ ਮਰਜੀ ਉੱਥੇ ਜਾ ਵੜੇ, ਪੰਜਾਬ ਦੀ ਮਿੱਟੀ ਤਾਂ ਆਉਂਦੀ ਹੈ ਚੇਤੇ। ਹੁਣ ਜਿੱਦਾਂ ਕਿ ਇਹ ਦੇਖ ਲਓ ਜਿਨ੍ਹਾਂ ਦਾ ਸਮਾਨ ਆ ਜੀ ਤੇ ਫਾਲਕਨ ਵਾਲੇ, ਤੇ ਇਹ ਵੀ ਕਿੰਨੇ ਸਾਲ ਹੋ ਗਏ ਉੱਥੇ ਗਏ ਨੂੰ, ਤੇ ਹੁਣ ਜੇ ਪੰਜਾਬ ਦੀ ਮਿੱਟੀ ਖਿੱਚ ਕੇ ਲੈ ਕੇ ਆ ਰਹੀ ਆ ਤਾਂ ਹੀ ਤਾਂ ਇੱਥੋਂ ਫਿਰ ਸਮਾਨ ਮੰਗਾ ਰਿਹਾ ਜੀ ਪੰਜਾਬ ਨਾਲ ਜੁੜਨ ਲਈ। ਕਰ ਵਾਈਆਂ ਕਾਰਾਂ ਇਸਰੇ ਦਵਾਈਆਂ ਤਾਂ ਹੀ ਵਸਦੀ ਏ ਟਰੈਕਟਰਾਂ 'ਚ ਜਾਨ ਜੱਟ ਦੀ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਪੰਜਾਬੀ। ਮੈਂ ਹਾਂ ਮਨਦੀਪ ਕੌਰ ਸੰਧੂ। ਇਸ ਵੇਲੇ ਅਸੀਂ ਪਹੁੰਚੇ ਹੋਇਆ ਜਗਰਾਉਂ ਦੇ ਪਿੰਡ ਕਾਉਂਕੇ ਕਲਾ ਵਿਖੇ। ਇਸ ਪਿੰਡ ਵਿੱਚ ਇਸ ਟਰੈਕਟਰ ਦੇ ਬਹੁਤ ਚਰਚੇ ਨੇ, ਜਿਸ ਟਰੈਕਟਰ ਦੇ ਉੱਪਰ ਇਸ ਵੇਲੇ ਮੈਂ ਬੈਠੀ ਹੋਈ ਹਾਂ। ਕਿਉਂਕਿ ਇਹ ਚਰਚਾ ਕਿਉਂ ਹੈ, ਇਹ ਕਿੱਥੋਂ ਮੰਗਵਾਇਆ ਗਿਆ ਹੈ, ਇਹ ਜਾਣਾ ਕਿੱਥੇ ਹੈ? ਇਹ ਪਹਿਲਾਂ ਹੁਣ ਪੰਜਾਬ ਦੀ ਧਰਤੀ ਹੈ ਤੇ ਇਸ ਤੋਂ ਬਾਅਦ ਇਹ ਕੈਨੇਡਾ ਦੇ ਵਿੱਚ ਪਾਏਗਾ ਧਮਾਲਾਂ। ਕੱਲਾ ਟਰੈਕਟਰ ਨਹੀਂ ਹੈ, 2005 ਮਾਡਲ ਦੀ ਇੱਕ ਜੀਪ ਵੀ ਹੈ, ਨਾਲ ਬੁਲਟ ਵੀ ਹੈ, ਹੋਰ ਬਹੁਤ ਕੁਝ ਜਿਹੜਾ ਆ ਪੰਜਾਬ ਦੀ ਧਰਤੀ ਤੋਂ ਜਾਏਗਾ ਕੈਨੇਡਾ ਦੇ ਵੱਲ, ਜਿੱਥੇ ਬਣੇਗਾ ਸ਼ਾਨ। ਆਮ ਤੌਰ ਤੇ ਅਸੀਂ ਗੱਲ ਕਰਦੇ ਕਿ ਪੰਜਾਬੀਆਂ ਦੇ ਸ਼ੌਂਕ ਦਾ ਜਿਹੜਾ ਕੋਈ ਮੁੱਲ ਨਹੀਂ ਹੁੰਦਾ, ਤੇ ਜਰਨੈਲ ਸਿੰਘ ਸਿੱਧੂ ਉਹਨਾਂ ਦਾ ਇੱਕ ਐਸਾ ਸ਼ੌਂਕ ਸੀ ਕਿ ਉਹ ਪੰਜਾਬ ਦੀ ਜਿਹੜੀ ਮਿੱਟੀ ਸਦਾ ਉਹਨਾਂ ਨੂੰ ਖਿੱਚਦੀ ਰਹਿੰਦੀ ਸੀ। ਤੇ ਭਾਵੇਂ ਉਹ ਕੈਨੇਡਾ ਦੀ ਧਰਤੀ ਤੇ ਪੱਕੇ ਵਾਸੀ ਨੇ, ਤੇ ਪਰ ਉਹਨਾਂ ਦਾ ਜਿਹੜਾ ਦਿਲ ਹੈ ਇੱਥੇ ਪੰਜਾਬ ਦੇ ਵਿੱਚ ਧੜਕਦਾ ਹੈ, ਜਿਸ ਕਰਕੇ ਹੁਣ ਉਹ ਪੰਜਾਬ ਦੀ ਧਰਤੀ ਤੋਂ ਇਸ ਹਿੰਦੁਸਤਾਨ ਟਰੈਕਟਰ ਨੂੰ, ਜੀਪ ਨੂੰ, ਬੁਲਟ ਨੂੰ ਉੱਥੇ ਮੰਗਵਾ ਰਹੇ ਨੇ। ਔਰ ਮੋਡੀਫਾਈ ਕਿਸ ਲਈ ਕੀਤਾ ਗਿਆ ਹੈ, ਇਹਦੇ ਪਿੱਛੇ ਬਹੁਤ ਵੱਡਾ ਇੱਕ ਰੀਜ਼ਨ ਹੈ, ਬੜਾ ਵੱਡਾ ਰਾਜ ਹੈ। ਉਹ ਰਾਜ ਕੀ ਹੈ, ਅਸੀਂ ਜਾਣਾਂਗੇ ਮਨਦੀਪ ਸਿੰਘ ਹੋਣਾ ਦੇ ਨਾਲ ਔਰ ਸੁਖਦੇਵ ਸਿੰਘ ਹੋਣਾ ਦੇ ਨਾਲ ਗੱਲਬਾਤ ਕਰਾਂਗੇ।
ਕਰਾਂਗੇ। ਆਓ ਪਹਿਲਾਂ ਤੁਹਾਨੂੰ ਇੱਕ ਵਾਰ ਪੂਰੀਆਂ ਤਸਵੀਰਾਂ ਦਿਖਾਉਂਦੇ ਆ ਕਿ ਕਿਸ ਤਰ੍ਹਾਂ ਇਹ ਟਰੈਕਟਰ ਜਿਹੜਾ ਮੰਗਵਾਇਆ ਗਿਆ ਔਰ ਮੋਡੀਫਾਈ ਕੀਤਾ ਗਿਆ। ਸੋ ਬਿਲਕੁਲ ਜੀ, ਜਿਵੇਂ ਮੈਂ ਤੁਹਾਨੂੰ ਕਿਹਾ ਸੀ ਕਿ ਹੁਣ ਕੈਨੇਡਾ ਦੀ ਧਰਤੀ ਤੇ ਵੀ ਇਹ ਟਰੈਕਟਰ, ਬੁਲਟ ਔਰ ਜੀਪ ਜਿਹੜੇ ਨੇ ਧਮਾਲਾਂ ਪਾਉਣਗੇ ਤੇ ਉੱਥੇ ਵੀ ਜਿਹੜੀ ਆ ਚਰਚਾ ਦਾ ਵਿਸ਼ਾ ਬਣਨਗੇ। ਪਿੰਡ ਕਾਉਂਕੇ ਦੇ ਵਿੱਚ ਪਹੁੰਚੇ ਹੋਏ ਆ ਤੇ ਗੱਲਬਾਤ ਕਰਾਂਗੇ ਕਿ ਇੰਨਾ ਸ਼ੌਂਕ ਪੰਜਾਬੀਆਂ ਦੇ ਸ਼ੌਂਕ ਦਾ ਕੋਈ ਮੁੱਲ ਤਾਂ ਨਹੀਂ ਹੁੰਦਾ, ਪਰ ਐਡਾ ਸ਼ੌਂਕ ਕਿ ਇੰਡੀਆ ਦੀ ਧਰਤੀ ਤੋਂ ਜਾਏਗਾ ਹੁਣ ਕੈਨੇਡਾ ਦੀ ਧਰਤੀ ਤੇ ਇਹ ਤਿੰਨੇ ਚੀਜ਼ਾਂ ਜਾਣਗੀਆਂ। ਕਿੰਨਾ ਖਰਚਾ ਆਇਆ, ਕਿੰਨਾ ਖਰਚਾ ਹੋਰ ਆਉਣਾ ਹੈ, ਸੋ ਇਸ ਨੂੰ ਮੋਡੀਫਾਈ ਕਿੱਦਾਂ ਕਰਵਾਇਆ ਗਿਆ, ਇਹ ਟਰੈਕਟਰ ਕਿੱਥੋਂ ਲਿਆਂਦਾ ਗਿਆ ਹੈ, ਸੋ ਸਾਰੀਆਂ ਗੱਲਾਂ ਬਾਤਾਂ ਕਰਾਂਗੇ। ਸਾਡੇ ਨਾਲ ਇੱਥੇ ਇਸ ਵੇਲੇ ਮਨਦੀਪ ਸਿੰਘ ਨੇ ਸਾਡੇ ਨਾਲ ਔਰ ਨਾਲ ਦੀ ਨਾਲ ਸਾਡੇ ਸੁਖਦੇਵ ਸਿੰਘ ਨੇ। ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਸਵਾਗਤ ਹੈ ਡੇਲੀ ਪੋਸਟ ਪੰਜਾਬੀ ਤੇ। ਪਹਿਲਾਂ ਤਾਂ ਜੀ ਤੁਹਾਡਾ ਬਹੁਤ ਬਹੁਤ ਵੈਲਕਮ ਜੀ ਸਾਡੇ ਪਿੰਡ ਆਉਣ ਲਈ। ਹਾਂਜੀ ਜੀ ਜੀ, ਤੁਹਾਡਾ ਵੀ ਸਵਾਗਤ ਹੈ ਜੀ। ਧੰਨਵਾਦ ਜੀ ਸਾਡੇ ਪਿੰਡ ਪਹੁੰਚਣ ਤੇ ਤੁਹਾਡਾ ਬਹੁਤ ਬਹੁਤ ਜੀ। ਸੋ ਇਹ ਸਾਡੇ ਨਾਲ ਸੁਖਦੇਵ ਜੀ ਨੇ ਔਰ ਇਹ ਮਨਦੀਪ ਸਿੰਘ ਨੇ। ਸੋ ਮਨਦੀਪ ਹੁਣਾਂ ਦੇ ਨਾਲ ਗੱਲਬਾਤ ਕਰਾਂਗੇ ਕਿ ਇੰਨਾ ਸ਼ੌਂਕ ਕਿ ਇੱਥੋਂ ਪੰਜਾਬ ਤੋਂ ਹੁਣ ਪੂਰਾ ਟਰੈਕਟਰ ਜਿਹੜਾ ਤਿਆਰ ਕੀਤਾ ਗਿਆ ਹੈ, ਬਹੁਤ ਛੇਤੀ ਜਿਹੜਾ ਕੈਨੇਡਾ ਪਹੁੰਚੇਗਾ। ਹਾਂਜੀ ਜੀ, ਇਹ ਜੀ ਇਦਾਂ ਸੀਗਾ, ਪਹਿਲਾਂ ਵੀ ਸਾਡੇ ਕੋਲ ਉੱਥੇ ਟਰੈਕਟਰ ਹੈਗੇ ਆ ਜੀ, ਟਰਾਲੀਆਂ ਵੀ ਹਲਾ ਸਾਰਾ ਸੰਦ ਸਮਾਨ ਹੈਗਾ, ਫਾਰਮ ਟਰੈਕ 60 ਪਹਿਲਾਂ। ਪਰ ਉਹ ਜਿੱਦਾਂ ਕਿ ਮੈਂ ਸਾਡੇ ਪਿੰਡ ਦੇ ਨੇ ਜੀ ਜਰਨੈਲ ਸਿੰਘ ਸਿੱਧੂ, ਉਹਨਾਂ ਦੀ ਕੰਪਨੀ ਆ ਫਾਲਕਨ ਟਰਾਂਸਪੋਰਟ ਆ ਜੀ ਉੱਥੇ। ਤੇ ਉਹਨਾਂ ਨੂੰ ਚਲੋ ਹੋਇਆ, ਉਹ ਕਹਿੰਦੇ ਪਹਿਲਾਂ ਵੀ ਅਸੀਂ ਕਿੱਥੇ ਜਦੋਂ ਰਹਿੰਦੇ ਸੀ ਬਚਪਨ 'ਚ ਖੇਤੀ ਕਰਦੇ ਰਹੇ ਹਾਂ, ਸਾਡੇ ਕੋਲ ਸੁਪਰ ਟਰੈਕਟਰ ਹੁੰਦਾ ਰਿਹਾ। ਸੋ ਕਹਿੰਦੇ ਜੇ ਇਹ ਮਿਲ ਜੇ ਤੇ ਇਹ ਕੈਨੇਡਾ ਜੇ ਤਾਂ ਜ਼ਿਆਦਾ ਵਧੀਆ ਗੱਲ ਆ। ਤੇ ਸੋ ਫਿਰ ਮੈਂ ਵੀ ਇਸ ਵਾਰ ਇੰਡੀਆ ਆਇਆ ਸੀ ਤੇ ਉਹਨਾਂ ਨਾਲ ਕੰਟੈਕਟ ਹੋਇਆ ਮੇਰਾ ਉੱਥੇ, ਤੇ ਉਹ ਕਹਿੰਦੇ ਵੀ ਲੱਭੋ, ਪਰ ਇਹ ਸਾਨੂੰ ਬਹੁਤ ਮੁਸ਼ਕਿਲ ਨਾਲ ਮਿਲਿਆ ਜੀ। ਪੰਜਾਬ 'ਚ ਤਾਂ ਮਿਲਿਆ ਨਹੀਂ ਕਿਤੇ, ਪੁਰਾਣੇ ਮਿਲਦੇ ਸੀ, ਨਵੇਂ ਨਹੀਂ ਸੀ ਮਿਲ ਰਹੇ। ਤੇ ਫਿਰ ਕੀ ਕੀਤਾ, ਅਸੀਂ ਹਰਿਆਣੇ ਵੀ ਗਏ ਆ ਜੀ, ਹਰਿਆਣੇ ਵੀ ਬਹੁਤ ਮੁਸ਼ਕਿਲ ਨਾਲ ਮਿਲਿਆ ਜੀਂਦ ਤੋਂ ਅੱਗੇ ਜਾ ਕੇ। ਫਿਰ ਗਾਂਹ ਜਾ ਕੇ ਉਹਨਾਂ ਤੋਂ ਵੀ ਤਾਂ ਮਿਲਿਆ, ਉਹ ਕਹਿੰਦੇ ਵਡੋਦਰਾ ਬਣ ਰਿਹਾ ਜੀ ਰਾਈਟ ਨਾਓ ਇਹ ਗੁਜਰਾਤ 'ਚ। ਤੇ ਉੱਥੋਂ ਫਿਰ ਮੰਗਾਇਆ ਜੀ ਆਰਡਰ, ਤੇ ਗੁਜਰਾਤ ਤੋਂ ਅਸੀਂ ਕਰਨਾਲ ਡੰਪ ਤੇ ਆਇਆ, ਫਿਰ ਆਪ ਉੱਥੋਂ ਕਰਨਾਲ ਤੋਂ ਲੈ ਕੇ ਜਾਣ ਕੇ ਬਹੁਤ ਮੁਸ਼ਕਿਲ ਨਾਲ ਮਿਲਿਆ ਜੀ ਇਹ ਟਰੈਕਟਰ। ਤੇ ਉਹ ਚਾਹੁੰਦੇ ਸੀ ਵੀ ਟਰੈਕਟਰ ਮਿਲੇ, ਇਹੀ ਮਿਲੇ ਤੇ ਨਵਾਂ ਮਿਲੇ ਜੀ। ਸੋ ਇਸ ਹਿੰਦੁਸਤਾਨ ਨੂੰ ਹੀ ਕਿਉਂ ਚੁਣਿਆ ਗਿਆ? ਕਿਉਂਕਿ ਬਹੁਤ ਸਾਰੇ ਟਰੈਕਟਰ ਨੇ ਅੱਜ ਕੱਲ੍ਹ, ਮੈਸੀ, ਸਵਰਾਜ, ਹੋਰ ਵੀ ਬਹੁਤ ਸਾਰੇ ਨੇ, ਪਰ ਜੇਕਰ ਇਕੱਲੇ ਚੋਣ ਜਾ ਕੇ ਉਹਨਾਂ ਦੀ ਅੱਖ ਹਿੰਦੁਸਤਾਨ ਤੇ ਕਿਉਂ ਟਿਕੀ? ਉਹ ਜਿੱਦਾਂ ਕਹਿੰਦੇ ਸੀਗੇ ਜੀ ਜਦੋਂ ਉਹ ਇੱਥੇ ਹੁੰਦੇ ਸੀਗੇ, ਤੇ ਉਹ ਇਹ ਟਰੈਕਟਰ ਵਰਤਦੇ ਰਹੇ ਆ ਵੀ ਇਹ ਜੇ ਟਰੈਕਟਰ ਸਾਨੂੰ ਦੁਬਾਰਾ ਮਿਲ ਜੇ ਤਾਂ ਜ਼ਿਆਦਾ ਵਧੀਆ, ਤਾਂ ਕਿ ਅਸੀਂ ਅੱਗੇ ਲਈ ਆਪਦੀ ਪੀੜ੍ਹੀ ਨੂੰ ਉੱਥੇ ਦਿਖਾਈਏ ਵੀ ਅਸੀਂ ਇਹ ਟਰੈਕਟਰ ਨਾਲ ਇੰਡੀਆ 'ਚ ਪਹਿਲਾਂ ਖੇਤੀ ਕਰਦੇ ਰਹੇ ਹਾਂ। ਜਦੋਂ ਉਸ ਟਰੈਕਟਰ ਨੂੰ ਤੁਸੀਂ ਗੁਜਰਾਤ ਤੋਂ ਲੈ ਕੇ ਆਂਦਾ ਗਿਆ, ਫਿਰ ਉਸ ਤੋਂ ਬਾਅਦ ਤੁਸੀਂ ਉੱਥੋਂ ਲੈ ਕੇ ਇੱਥੇ ਪੰਜਾਬ ਦੇ ਵਿੱਚ ਆਏ ਹੋ, ਹਨਾ? ਸੋ ਜਦੋਂ ਇਹਨੂੰ ਉੱਥੋਂ ਖਰੀਦਿਆ ਆ, ਉਹਦੀ ਕਾਸਟ ਕਿੰਨੀ ਪਈ ਤੁਹਾਨੂੰ? ਇਹ ਸਾਨੂੰ ਜੀ 7,30,000 ਦਾ, ਜਾਣੀ ਕਿ 7,30,000 ਦਾ ਹੀ ਟੋਟਲ ਪੈ ਗਿਆ। ਜਾਣੀ ਕਿ ਅਸੀਂ ਇੰਸ਼ੋਰੈਂਸ ਵੀ ਇਹ 'ਚ ਕਰਵਾਈ ਸੀਗੀ ਜੀ। ਤੇ ਇਹਦੇ ਤੇ ਜਾਣੀ ਕਿ ਪੂਰਾ ਜਾਣੀ ਕਿ 730 ਦਾ ਹੀ 7,30,000 ਦਾ ਪੂਰਾ ਪਿਆ ਸਾਨੂੰ ਬ੍ਰਾਂਡ ਨਿਊ ਜੀ, ਵਿਦਆਊਟ ਐਕਸੈਸਰੀ ਜੀ। ਬਿਲਕੁਲ, ਹਾਂ। ਤੇ ਉਹੀ ਮੈਂ ਕਹਿਣ ਲੱਗੀ ਸੀ, ਪਰ ਇਹਨੂੰ ਮੋਡੀਫਾਈ ਇਸ ਤਰੀਕੇ ਨਾਲ ਕਰਾਇਆ ਕਿਉਂਕਿ ਹਰ ਚੀਜ਼ ਸਾਨੂੰ ਨਵੀਂ ਔਰ ਡਿਫਰੈਂਟ ਦੇਖਣ ਨੂੰ ਮਿਲ ਰਹੀ ਹੈ। ਖਿੱਚ ਦਾ ਕੇਂਦਰ ਬਣਿਆ ਜਗਰਾਉਂ ਦੇ ਵਿੱਚ, ਬੜੀਆਂ ਧੁੰਮਾਂ ਪੈਂਦੀਆਂ ਹੋਣਗੀਆਂ ਪਿੰਡ ਕਾਉਂਕੇ ਕਲਾ ਦੇ ਵਿੱਚ, ਤਾਂ ਸਭ ਨੂੰ ਪਤਾ ਲੱਗ ਗਿਆ ਕਿ ਟਰੈਕਟਰ ਆਇਆ। ਤੇ ਜਗਰਾਉਂ ਦੀ ਗੱਲ ਕਰ ਲੈਣੇ, ਜਦੋਂ ਆਂਢੀ ਗਵਾਂਢੀ ਆ ਜਾਂ ਕੋਈ ਮੁੰਡੇ ਆਮ ਤੌਰ ਤੇ ਕਰਾਉਂਦੇ ਹੁੰਦੇ, ਉਹ ਦੇਖਣ ਵੀ ਆਉਂਦੇ ਹੋਣਗੇ। ਹਾਂਜੀ ਬਹੁਤ ਆਉਂਦੇ ਦੇਖਣ ਜੀ। ਅਸੀਂ ਪਿੰਡ ਦਾ ਵੀ ਗੇੜਾ ਲਾਇਆ ਵਾ, ਜਗਰਾਉਂ ਵੀ ਗਏ, ਦਾਲੇ ਪਦਾਲੇ ਦੇ ਹੋਰ ਚੈਨਲਾਂ ਵਾਲੇ ਵੀ ਸਾਡੇ ਕੋਲੇ ਆਉਂਦੇ ਰਹੇ ਆ, ਤੇ ਸਾਰਿਆਂ ਨੇ ਬਹੁਤ ਤਾਰੀਫ ਕੀਤੀ ਆ। ਮੈਂ ਆਪ ਨਾਲ ਜਾਂਦਾ ਰਿਹਾ ਤੇ ਮੋਡੀਫਾਈ ਕਰਾਉਣ ਉੱਥੇ ਤਲਵੰਡੀ ਕਈ ਗੇੜੇ ਲੱਗੇ ਸਾਡੇ। ਸਾਰਾ ਸਮਾਨ ਦੱਸ ਕੇ ਲਵਾਇਆ, ਜਿੱਦਾਂ ਉਹ ਕਹਿੰਦੇ ਆਪਣਾ ਹਾਰਨ ਵਗੈਰਾ, ਹੋਰ ਲਾਈਟਿੰਗ ਦਾ, ਜਿੰਨਾ ਇਹਦੇ ਕ੍ਰੋਮ ਦਾ ਕੰਮ ਹੋਇਆ ਸਾਰਾ ਉਹ ਉੱਥੋਂ ਤਲਵੰਡੀ ਭਾਈ ਤੋਂ ਹੋਇਆ।
ਇਹ ਸਾਰਾ ਕੰਮ ਤੁਸੀਂ ਤਲਵੰਡੀ ਭਾਈ ਤੋਂ ਕਰਾਇਆ, ਪਰ ਇੱਕ ਸ਼ੌਂਕ ਦੀ ਗੱਲ ਕਹਿ ਸਕਦੇ ਹੋ, ਉਹਨੂੰ ਇੰਨਾ ਸ਼ੌਂਕ ਸੀ ਕਿ ਆਪਣੇ ਪੰਜਾਬ ਦੀ ਮਿੱਟੀ ਤੋਂ ਜਿਹੜਾ ਆ ਇੱਥੋਂ ਜੁੜੇ ਹੋਏ ਨੇ ਹਨਾ, ਤਾਂ ਜਿਸ ਕਰਕੇ ਉਹਨਾਂ ਨੇ ਇਹਨਾਂ ਨੂੰ ਉੱਥੇ ਬੁਲਾਇਆ ਕਿ ਮੇਰਾ ਟਰੈਕਟਰ ਵੀ ਚਾਹੀਦਾ, ਮੈਨੂੰ ਜੀਪ ਵੀ ਚਾਹੀਦੀ ਆ। ਮੋਡੀਫਾਈ ਦੀ ਗੱਲ ਕਰ ਲੈਣੇ ਤੇ ਮੋਡੀਫਾਈ ਜੋ ਕਰਵਾਉਣਾ ਸੀ, ਕਿਹੜੀਆਂ ਚੀਜ਼ਾਂ ਸੋਚੀਆਂ ਸੀ ਕਿ ਅੱਜ ਜੋ ਟ੍ਰੈਂਡ ਚੱਲ ਰਿਹਾ ਹੈ, ਨੌਜਵਾਨ ਪੀੜ੍ਹੀ ਹੈ ਬੜੀਆਂ ਚੀਜ਼ਾਂ ਨਵੀਆਂ ਔਰ ਵੱਡੇ ਵੱਡੇ ਟਾਇਰ ਜਿਹੜੀ ਆ ਦੀ ਵਰਤੋਂ ਕਰਦੀ ਹੈ, ਤਾਂ ਇਹ ਤੁਸੀਂ ਫਿਰ ਕਿਵੇਂ ਚੁਣਿਆ ਕਿ ਆਹ ਚੀਜ਼ ਲਗਵਾਉਣੀ ਹੈ? ਇਹ ਜੀ ਉੱਥੇ ਆਮ ਤੌਰ ਤੇ ਜਿਹੜੇ ਕੈਨੇਡਾ ਦੇ ਵਿੱਚ ਟਰੈਕਟਰ ਜਾਂਦੇ ਆ, ਫੋਰਡ ਵਗੈਰਾ, ਮੈਸੀ ਜਾਂ ਹਿੰਦੁਸਤਾਨ ਪੁਰਾਣੇ, ਉਹ ਲੋਕਾਂ ਨੂੰ ਕਰੇਜ ਬਣ ਗਿਆ ਇੱਕ ਤਾਂ। ਇੱਕ ਜਿਹੜੇ 2-3 ਉੱਥੇ ਕੰਪਨੀਆਂ ਆਪਣੇ ਤਲਵੰਡੀ ਭਾਈ ਕਰਦੀਆਂ ਮੋਡੀਫਾਈ, ਉਹਨਾਂ ਸਪੈਸ਼ਲ ਮੋਡੀਫਾਈ ਕਰਦੇ ਆ, ਕਿਉਂਕਿ ਉਹਨਾਂ ਦੇ ਜਿਹੜੇ ਟਰੈਕਟਰ ਕੈਨੇਡਾ ਦੇ ਵਿੱਚ, ਅਮਰੀਕਾ ਦੇ ਵਿੱਚ, ਆਸਟ੍ਰੇਲੀਆ ਦੇ ਵਿੱਚ, ਈਵਨ ਹੁਣ ਤਾਂ ਇੰਗਲੈਂਡ ਦੇ ਵਿੱਚ ਵੀ ਜਾਣ ਲੱਗ ਗਏ। ਉਹਨਾਂ ਦਾ ਸਿਸਟਮ ਜਿਹੜਾ ਮੋਡੀਫਾਈ ਕਰਨ ਦਾ ਵੱਖਰਾ ਹੀ ਆ। ਤੇ ਉਹ ਜਿਹੜਾ ਸਮਾਨ ਤਿਆਰ ਕਰਵਾਉਂਦੇ ਆ, ਉਹ ਕ੍ਰੋਮ ਵਗੈਰਾ ਜਿਹੜਾ ਰੰਗ ਕਰਾਉਂਦੇ ਆ ਜਾਂ ਛਤਰੀਆਂ ਵਗੈਰਾ ਸਪੈਸ਼ਲ ਉੱਥੇ ਜਿਹੜਾ ਤਲਵੰਡੀ ਭਾਈ ਹੀ ਬਣਦਾ ਵਾ। ਜੀ ਬਿਲਕੁਲ। ਜੇਕਰ ਇਸ ਦੇ ਰੰਗ ਦੀ ਗੱਲ ਕਰ ਲੈਣ ਤਾਂ ਪਹਿਲਾਂ ਵੀ ਇਹਦਾ ਪੀਲਾ ਰੰਗ ਸੀ ਜਾਂ ਇਸ ਰੰਗ ਦਾ ਹੋਰ ਸੀਗਾ? ਬਿਲਕੁਲ ਜੀ ਓਰੀਜਨਲ ਆ, ਸਟicker ਵੀ ਇਹਦੇ ਓਰੀਜਨਲ ਆ ਜੀ, ਬਾਕੀ ਸਾਰਾ ਕੁਝ ਕਰਵਾਇਆ ਜੀ ਕੰਮ, ਤੇ ਬਾਕੀ ਸਾਰਾ ਕੁਝ ਉਦਾਂ ਹੀ ਆ। ਹੁਣ ਤੁਸੀਂ ਮੈਨੂੰ ਦੱਸੋਗੇ ਕਿ ਇਹ 'ਚ ਕਿੰਨੇ ਜਿਹੜੇ ਹਾਰਨ ਅਸੀਂ ਦੇਖ ਰਹੇ ਹਾਂ, ਬਹੁਤ ਸਾਰੇ ਜਿਹੜੇ ਹਾਰਨ ਨਜ਼ਰ ਆ ਰਹੇ, ਕਿੰਨੇ ਹਾਰਨ ਨੇ, ਕਿੰਨੀਆਂ ਲਾਈਟਾਂ ਨੇ ਇਹਦੀਆਂ? ਹਾਰਨ ਜੀ ਪ੍ਰੈਸ਼ਰ ਹਾਰਨ ਵੀ ਲਵਾਏ ਹੋਏ ਆ, ਟੋਟਲ ਜਾਣੀ ਕਿ 18 ਤਾਂ ਹਾਰਨ ਹੈਗੇ ਜੀ ਇਹਦੇ। ਹਾਂਜੀ, ਤੇ ਬਾਕੀ ਜੀ ਸਾਡੇ ਜਾਣੀ ਕਿ ਇਦਾਂ ਨਹੀਂ ਵੀ ਸਿੱਧਾ ਅਸੀਂ ਟਰੈਕਟਰ ਦਾ ਆਰਡਰ ਦਿੱਤਾ ਤੇ ਉਹਨਾਂ ਨੇ ਬਣਾ ਕੇ ਖੜਾਤਾ ਤੇ ਅਸੀਂ ਚੱਕ ਲਏ। ਸਾਡੀ ਜੀ ਮਿਹਨਤ ਬਹੁਤ ਲੱਗੀ, ਇੱਧਰ ਵੀਰ ਹੁਣਾਂ ਦੀ ਬਹੁਤ ਮਿਹਨਤ ਲੱਗੀ ਆ, ਜਿਹੜੇ ਸਾਰੇ ਅਸੀਂ ਆਇਆ ਜਾਂਦੇ ਰਹੇ ਆ। ਜਾਣੀ ਕਿ ਸਾਡੇ ਘੱਟੋ ਘੱਟ 12-13 ਗੇੜੇ ਤਾਂ ਲੱਗੇ ਜੀ ਤਲਵੰਡੀ ਦੇ, ਇੱਥੋਂ ਪਿੰਡੋਂ ਹੀ ਜਾਂਦੇ ਰਹੇ ਆ 3 ਦਿਨਾਂ ਬਾਅਦ, ਵੀ ਕੱਲੀ ਚੀਜ਼ ਕਰਾਉਣ ਜੇ। ਜਾਣੀ ਕਿ ਉਹ ਇੱਕ ਚੀਜ਼ ਮੰਨ ਲਓ ਆਹ ਕਰੋਮ ਕਰਾਉਣਾ, ਇਹਦੀ ਵੀ ਸਲਾਹ ਲੈਂਦੇ ਹੁੰਦੇ ਸੀ ਅਸੀਂ, ਫੋਨ ਤੇ ਨਹੀਂ ਸੀ ਕਰਦੇ, ਅਸੀਂ ਖੁਦ ਜਾਂਦੇ ਸੀ ਉੱਥੇ ਸਾਰੇ ਜਾਣੇ, ਵੀ ਉਹਨਾਂ ਨੂੰ ਕੋਲ ਜਾ ਕੇ ਵੀ ਸਾਰੇ ਰਾਏ ਮਸ਼ਵਰਾ ਕਰਦੇ ਸੀ ਵੀ ਕਿਵੇਂ ਕਰੀਏ। ਤਾਂ ਕਰਕੇ ਜਾਣੀ ਕਿ ਬਹੁਤ ਰੀਝ ਲਾਈਏ ਜੀ ਇਹ ਤਾਂ ਕੰਮ ਸਾਰਾ। ਬਿਲਕੁਲ, ਇਹਦੇ ਤਾਂ ਬਿਲਕੁਲ ਡਿਫਰੈਂਟ ਸਾਨੂੰ ਚੀਜ਼ ਨੂੰ ਮਿਲ ਰਿਹਾ। ਇੱਕ ਵਾਰ ਪ੍ਰਵਿੰਦਰ ਆਪਾਂ ਦਿਖਾਵਾਂਗੇ ਜ਼ਰੂਰ। ਸੋ ਇਹ ਜਦੋਂ ਪਹਿਲਾਂ ਤਾਂ ਤੁਸੀਂ 7.5 ਲੱਖ ਦਾ ਲੈ ਕੇ ਆਏ ਹੋ, ਫਿਰ ਉਸ ਤੋਂ ਬਾਅਦ ਮੋਡੀਫਾਈ ਕਰਵਾਉਣ ਤੇ ਕਿੰਨਾ ਖਰਚਾ ਆਉਂਦਾ ਆ? ਮੋਡੀਫਾਈ ਤੇ ਜੀ ਤਕਰੀਬਨ ਸਾਡਾ ਹੀ 5 ਲੱਖ ਆ ਚੁੱਕਾ ਜੀ ਖਰਚਾ। 5 ਲੱਖ ਪੂਰੇ ਜਾਣੀ ਕਿ ਆ ਚੁੱਕਾ ਜੀ, ਥੋੜਾ ਮੋਟਾ ਉੱਪਰ ਹੀ ਹੋ ਸਕਦਾ, ਮੈਂ ਰਾਉਂਡ ਫਿਗਰ ਕਰ ਦਿੰਦਾ ਜੀ, 5 ਲੱਖ ਤਾਂ ਲੱਗ ਚੁੱਕਾ ਸੀ ਸਾਡਾ ਜੀ। ਤੇ ਅਸੀਂ ਲਾਈਟਾਂ ਦੇਖ ਰਹੇ ਸੀ, ਕਿਉਂਕਿ ਨਾਲ ਬਹੁਤ ਸਾਰੀਆਂ ਲਾਈਟਾਂ ਅੱਗੇ ਵੀ ਨਜ਼ਰ ਆ ਰਹੀਆਂ ਨੇ। ਕਿੰਨੀਆਂ ਲਾਈਟਾਂ ਟੋਟਲ ਲੱਗੀਆਂ ਹੋਣਗੀਆਂ? ਲਾਈਟਾਂ ਜੀ ਬਹੁਤ ਜ਼ਿਆਦਾ ਜੀ, ਮੈਂ ਕਹਿੰਦਾ 100 ਤੋਂ ਤਾਂ ਜ਼ਿਆਦਾ ਹੈਗੇ ਜੀ, ਬਹੁਤ ਜ਼ਿਆਦਾ ਨੇ ਲਾਈਟਾਂ ਤਾਂ, ਕਾਫੀ ਜ਼ਿਆਦਾ ਲਾਈਟਾਂ ਹੀ ਲਾਈਟਾਂ ਜੀ, ਇੱਥੇ ਲਾਈਟਾਂ ਦੀ ਕੰਮ ਜ਼ਿਆਦਾ ਵਾ। ਤੇ ਇਹ ਵੈਸੇ ਤੁਸੀਂ ਸ਼ਾਟ ਹੁਣ ਸਵੇਰ ਲਿਆ ਤਾਂ ਤੁਹਾਨੂੰ ਅੰਦਾਜ਼ਾ ਨਹੀਂ ਆਉਣਾ, ਜੇ ਰਾਤ ਨੂੰ ਸ਼ਾਟ ਲਿਆ ਹੁੰਦਾ ਮੈਂ ਤੁਹਾਨੂੰ ਵੈਸੇ ਵੀਡੀਓ ਵੀ ਸੈਂਡ ਕਰ ਦੂੰਗਾ ਜੀ WhatsApp ਤੇ ਰਾਤ ਨੂੰ ਇਹਦਾ ਟਰੈਕਟਰ ਦਾ ਵੱਖਰਾ ਨਜ਼ਾਰਾ ਜੀ। ਸੋ ਬਿਲਕੁਲ ਇੱਕ ਇਹ ਇਦਾਂ ਉਹਨਾਂ ਨੂੰ ਇੰਨਾ ਸ਼ੌਂਕ ਸੀਗਾ ਕਿ ਮੋਡੀਫਾਈ ਕਰਨ ਦਾ। ਉਹਨਾਂ ਨੇ ਆਪ ਹੀ ਦੱਸਿਆ ਕਿ ਮੈਨੂੰ ਮੇਰੇ ਟਰੈਕਟਰ ਦੇ ਵਿੱਚ ਇਹ ਚੀਜ਼ਾਂ ਚਾਹੀਦੀਆਂ, ਜਾਂ ਤੁਸੀਂ ਸਾਰੇ ਮੁੰਡਿਆਂ ਨੇ ਰਲ ਕੇ ਇੱਕ ਪਲਾਨ ਬਣਾਇਆ ਕਿ ਆਪਾਂ ਇਹ ਚੀਜ਼ ਭਾਜੀ ਵਧੀਆ ਕਰ ਸਕਦੇ ਹਾਂ? ਉਹਨਾਂ ਨੇ ਤਾਂ ਜੀ ਇਦਾਂ ਕਿਹਾ ਸੀ ਵੀ ਜਿੱਦਾਂ ਤੁਹਾਡੀ ਮਰਜ਼ੀ ਆ ਵੀ ਕਰੋ, ਪਰ ਵਧੀਆ ਬਣਾ ਦਿਓ। ਫਿਰ ਅਸੀਂ ਸਾਰਿਆਂ ਨੇ ਇੱਥੇ ਸਲਾਹ ਲਈ ਵੀ ਜਿੱਦਾਂ ਕਿਵੇਂ ਜਚੂਗਾ। ਸੀ ਐਵੇਂ ਕਹਦੀ ਜੀ, ਜਾਣੀ ਕਿ ਉਹਨਾਂ ਦੇ ਜਿਹੜੇ ਮੋਡੀਫਿਕੇਸ਼ਨ ਵਾਲੇ ਦਾ ਖਰਚਾ ਤਾਂ ਜਿੰਨਾ ਮਰਜ਼ੀ ਲਾ ਦਿਓ ਜੀ, ਭਾਵੇਂ 10 ਲੱਖ ਲਾ ਦਿਓ, 15 ਲੱਖ ਲਾ ਦਿਓ, ਅਸੀਂ ਮੇਨ ਚੀਜ਼ਾਂ ਕਰਾਂਗੇ ਵੀ ਜਿਹੜੀਆਂ ਵਧੀਆ ਲੱਗਣ ਤੇ ਜਚਣ ਤੇ ਵਰਥ ਹੋਵੇ। ਸੋ ਹੁਣ ਜਿੱਦਾਂ ਕਿ ਤੁਸੀਂ ਵੀ ਦੇਖਿਆ ਮੂੰਹੋਂ ਬੋਲਦਾ ਜੀ, ਜਿੰਨਾ ਪੈਸਾ ਲੱਗਿਆ ਤੇ ਉਹਨਾਂ ਨੂੰ ਤਾਂ ਜਾਣੀ ਕਿ ਅਸੀਂ ਉਹ ਮੇਰੇ ਤੋਂ ਮੰਗਦੇ ਵੀ ਸੀ ਦੱਸੋ ਕੀ ਕਰਾ ਰਹੇ ਹੋ, ਤੇ ਮੈਂ ਤਾਂ ਉਹਨਾਂ ਨੂੰ ਐਂ ਕਿਹਾ ਸੀ ਵੀ ਜਿੱਦਣ ਰੈਡੀ ਹੋਇਆ ਉਦੋਂ ਹੀ ਤੁਹਾਨੂੰ ਫੋਟੋ ਭੇਜਣੇ, ਪਹਿਲਾਂ ਕੋਈ ਤੁਹਾਡੇ ਨਾਲ ਜ਼ਿਕਰ ਨਹੀਂ ਕਰਨਾ ਵੀ ਕੀ ਕਰਾ ਰਹੇ ਹੋ ਤੁਹਾਡੇ ਟਰੈਕਟਰ ਦਾ। ਮੈਂ ਨਾਮ ਜਾਣ ਸਕਦੀ ਉਹਨਾਂ ਦਾ ਨਾਮ ਕੀ ਹੈ? ਜਰਨੈਲ ਸਿੰਘ ਸਿੱਧੂ ਹੈ ਜੀ ਉਹਨਾਂ ਦਾ ਨਾਮ, ਸਾਡੇ ਪਿੰਡ ਦੇ ਹੀ ਨੇ ਜੀ। ਉਹਨਾਂ ਦੀ ਟਰਾਂਸਪੋਰਟ ਆ ਫਾਲਕਨ ਟਰਾਂਸਪੋਰਟ ਕੈਲੇਡਨ ਚ ਜੀ, ਟੋਰਾਂਟੋ। ਕਾਫੀ ਵੱਡੀ ਟਰਾਂਸਪੋਰਟ ਹੈ ਜੀ, ਗੁੱਡ ਟਰਾਂਸਪੋਰਟ ਆ ਸਾਡੀ ਉੱਥੇ, ਤੇ ਮੈਂ ਵੀ ਉਹਨਾਂ ਨਾਲ ਹੀ ਕੰਮ ਕਰਦਾ ਜੀ, ਇਕੱਠੇ ਕੰਮ ਕਰਦੇ ਜੀ। ਹਾਂਜੀ ਜੀ। ਸੋ ਇੱਥੇ ਉਹਨਾਂ ਦੀ ਖੇਤੀ ਵੀ ਹੈ? ਖੇਤੀ ਜੀ ਇੱਥੇ ਠੇਕੇ ਤੇ ਦਿੰਦੇ ਜੀ ਜ਼ਮੀਨ, ਆਪਣੇ ਬਾਈ ਉਹਨਾਂ ਨੇ ਜਿਨ੍ਹਾਂ ਨੇ ਗੇਟ ਖੋਲ੍ਹਿਆ ਸੀ ਉਹ ਦਿੰਦੇ, ਤੇ ਉਹ ਆਪਾਂ ਜਿੱਥੇ ਗਏ ਸੀ ਉਹਨਾਂ ਦਾ ਘਰ ਆ ਜੀ ਉਹ। ਓਕੇ, ਬਿਲਕੁਲ ਜੀ। ਅਸੀਂ ਹੁਣ ਤੁਹਾਨੂੰ ਨਾ ਇਸ ਤੋਂ ਬਾਅਦ ਸਟੀਅਰਿੰਗ ਵੀ ਦਿਖਾਵਾਂਗੇ ਕਿ ਸਟੀਅਰਿੰਗ ਬੜਾ ਵਧੀਆ ਤਿਆਰ ਕੀਤਾ ਗਿਆ। ਇਹ ਸਾਰਾ ਕੁਝ ਉਹਨਾਂ ਨੇ ਤਿਆਰ ਕੀਤਾ ਆ। ਇਹ ਤੁਸੀਂ ਕੁਝ ਫੋਟੋਜ਼ ਦਿੱਤੀਆਂ ਹੋਣਗੀਆਂ, ਜਾਂ ਫਿਰ ਉਹਨਾਂ ਨੇ ਪਹਿਲਾਂ ਤੁਹਾਨੂੰ ਦਿਖਾਇਆ ਕਿ ਇਹ ਸਮਾਨ ਜਿਹੜਾ ਇੱਥੇ ਲੱਗ ਸਕਦਾ ਆ? ਹਾਂਜੀ, ਉਹ ਜਿਹੜੇ ਆਪਣੇ ਤਲਵੰਡੀ ਭਾਈ ਵਾਲਾ ਜੀ, ਇਹਨਾਂ ਦਾ ਇੱਥੇ ਜ਼ਿਕਰ ਵੀ ਆ ਜੀ। ਆਹ ਨਹੀਂ ਤਲਵੰਡੀ ਭਾਈ ਵਰਕਸ ਵਾਲੇ ਬਬਲੂ ਕਲਸੀ, ਇਹ ਜਾਣੀ ਕਿ ਜੀ ਰਿਕਮੈਂਡ ਕਰ ਦਿੰਦੇ ਵੀ ਤੁਸੀਂ ਕਿੱਦਾਂ ਕਰਾਉਣਾ ਚਾਹੁੰਦੇ, 3-4 ਆਈਡੀਆ ਦੇ ਦਿੰਦੇ ਆਪਾਂ ਨੂੰ ਵੀ ਕੀ ਕਰਾਉਣਾ ਚਾਹੁੰਦੇ ਹੋ। ਫਿਰ ਜਾਣੀ ਕਿ ਇਹਨਾਂ ਨੇ ਆਈਡੀਆ ਵੀ ਦਿੱਤੇ ਵੀ ਕਿੱਦਾਂ ਸਟੀਅਰਿੰਗ ਦਾ ਕਰਨਾ, ਕਿੱਦਾਂ ਕ੍ਰੋਮ ਦਾ ਕਰਨਾ, ਵੀ ਕਿੱਦਾਂ ਆ ਵੀ ਕਿੱਦਾਂ ਕਰਨੇ ਆ ਹੈਂਡਲ, ਤੇ ਫਿਰ ਆਈਡੀਆ ਦੇ ਦਿੰਦੇ ਆ, ਉਹ ਚੋਂ ਆਪਾਂ ਸਿਲੈਕਟ ਕਰ ਰਹੇ ਹਾਂ ਵੀ ਕਿਵੇਂ ਕੀਤਾ ਜਾਵੇ। ਸੋ ਸਾਨੂੰ ਇਹ ਬੈਸਟ ਲੱਗਿਆ ਜੀ ਜਿੱਦਾਂ। ਜੀ ਇਹ ਸਾਰਾ ਕੁਝ ਨਵਾਂ। ਹੁਣ ਇਹ ਮੈਨੂੰ ਤੁਸੀਂ ਪ੍ਰੋਪਰ ਕੱਲੀ ਚੀਜ਼ ਗੁਣਾਉਣੀ ਆ ਕਿ ਇਸ ਟਰੈਕਟਰ ਦੇ ਉੱਪਰ ਕਿਹੜੀ ਚੀਜ਼ ਜਿਹੜੀ ਹੈ ਨਵੀਂ ਲੱਗੀ ਹੈ, ਔਰ ਕਿੰਨਾ ਇਹ ਮੋਡੀਫਾਈ ਹੋਇਆ ਆ, ਔਰ ਕਿਹੜੀ ਚੀਜ਼ ਹੈ, ਕਿੰਨੇ ਸਮੇਂ 'ਚ ਜਿਹੜਾ ਹੈ ਇਹਨੂੰ ਤਿਆਰ ਕਰਨ 'ਚ ਕਿੰਨਾ ਸਮਾਂ ਲੱਗਾ, ਜਦੋਂ ਗੁਜਰਾਤ ਤੋਂ ਲੈ ਕੇ ਆਂਦਾ ਸੀ ਉਸ ਤੋਂ ਬਾਅਦ ਇੱਥੇ ਕਿੰਨਾ ਸਮਾਂ ਲੱਗਦਾ ਹੈ? ਇਹ ਜੀ 5 ਫਰਵਰੀ ਨੂੰ ਲੈ ਕੇ ਆਏ ਸੀ ਜੀ ਅਸੀਂ ਗੁਜਰਾਤ ਤੋਂ ਜੀ, ਤੇ 10 ਫਰਵਰੀ ਨੂੰ ਜੀ ਤਲਵੰਡੀ ਖੜਾਤਾ ਸੀ ਜਾ ਕੇ। ਪਹਿਲੀ ਤਾਂ ਗੱਲ ਹੈ ਜੀ ਸਾਰਾ ਕੁਝ ਹੀ ਨਵਾਂ ਇਹਦਾ, ਪੁਰਾਣਾ ਤਾਂ ਕੁਝ ਵੀ ਨਹੀਂ ਜੀ। ਮੈਂ ਕਹਿੰਦਾ ਨਟ ਬੋਲਟ ਵੀ ਨਹੀਂ ਕੋਈ ਪੁਰਾਣਾ ਜੀ। ਤੇ 2 ਮਹੀਨੇ ਤੋਂ ਥੋੜੇ ਕੁ ਦਿਨ ਘੱਟ ਲੱਗੇ ਸੀ, ਜਾਣੀ ਕਿ ਤੁਸੀਂ 2 ਮਹੀਨੇ ਮੰਨ ਕੇ ਚੱਲੋ ਜੀ, 2 ਮਹੀਨੇ 'ਚ ਰੈਡੀ ਹੋਇਆ ਜੀ ਪੂਰਾ ਇਹ।
ਤੇ ਜਾਣੀ ਕਿ ਐਦਾਂ ਵੀ ਨਹੀਂ ਅਸੀਂ ਵੀ ਉਹੀ ਕਰਵਾਤਾ ਰੈਡੀ। ਤੇ ਸਾਊਂਡ ਸਿਸਟਮ ਅਸੀਂ ਅਲੱਗ ਜਗ੍ਹਾ ਤੋਂ ਲਵਾਈ ਹੈ ਜੀ, ਅਜਤਵਾਲ ਤੋਂ, ਵੀ ਪੂਰੇ ਇੱਥੇ ਮੰਨੇ ਪਰਮੰਨੇ ਮਸ਼ਹੂਰ ਨੇ। ਤੇ ਜਾਣੀ ਕਿ ਜਿੱਥੋਂ ਚੀਜ਼ ਵਧੀਆ ਮੰਨੀ ਜਾਂਦੀ ਹੈ ਪੰਜਾਬ 'ਚ, ਅਸੀਂ ਉਹੀ ਕੰਮ ਕਰਾਇਆ ਜੀ ਇੱਥੇ। ਬਿਲਕੁਲ। ਫਿਰ ਉਸ ਤੋਂ ਬਾਅਦ ਅਸੀਂ ਇੱਧਰ ਆਉਣੇ ਕਿ ਇਹ ਬੁਲਟ ਵੀ ਇੱਥੇ ਜਾਏਗਾ ਹਨਾ, ਇਹਨੂੰ ਇਹ ਉਧਰ ਵੀ, ਵੈਸੇ ਉੱਥੇ ਵੀ ਹਰ ਚੀਜ਼ ਤਾਂ ਹੁੰਦੀ ਹੋਏਗੀ, ਮਿਲਦੀ ਹੋਏਗੀ। ਹਾਂਜੀ, ਹਰ ਚੀਜ਼ ਮਿਲ ਜਾਂਦੀ ਹੈ ਜੀ ਉੱਥੋਂ, ਪਰ ਬੁਲਟ ਨਹੀਂ ਨਾ ਮਿਲਦੇ, ਫਿਰ ਬੁਲਟ ਇੱਥੋਂ ਲੈ ਕੇ ਜਾਣੇ ਪੈਂਦਾ ਜੀ। ਤਾਂ ਕਰਕੇ ਸਾਡਾ ਇਹ ਪਲਾਨ ਬਣਿਆ ਵੀ ਮੈਂ ਕਿਹਾ ਚਲੋ ਮੇਰੇ ਕੋਲ ਘਰੇ ਖੜਾ ਸੀ ਬੁਲਟ, ਮੈਂ ਕਿਹਾ ਜੀ ਆਪਾਂ ਫਿਰ ਬੁਲਟ ਵੀ ਭੇਜ ਦਿੰਦੇ ਹਾਂ ਤੁਹਾਨੂੰ ਫਿਰ ਨਾਲ। ਹਾਂ, ਸੋ ਹੁਣ ਜੀਪਾਂ ਤਾਂ ਸ਼ਾਨ ਹੁੰਦੀਆਂ ਨੇ, ਮੋਗੇ ਸ਼ਹਿਰ ਦੀਆਂ ਜੀਪਾਂ ਤਾਂ ਮੰਨੀਆਂ ਵੀ ਜਾਂਦੀਆਂ ਨੇ। ਤਾਂ ਇਹ ਸਾਡੇ ਨਾਲ ਤੁਸੀਂ ਹੁਣ ਜੀਪ ਦੇਖ ਸਕਦੇ ਹੋ। ਜੇ ਖਾਸ ਗੱਲ ਇਹ ਕਿ ਇਹਨਾਂ ਦਾ ਜਿਹੜਾ ਸਟੀਅਰਿੰਗ ਹੈ ਉਹ ਖੱਬੇ ਪਾਸੇ ਲਵਾਇਆ ਗਿਆ, ਖੱਬੇ ਪਾਸੇ ਲਗਵਾਇਆ ਗਿਆ। ਸੋ ਇਹ ਤੁਸੀਂ ਜੀਪ ਵੀ ਜਿਹੜੀ ਦੇਖ ਸਕਦੇ ਹੋ। ਸੋ ਇਸ ਨੂੰ ਅਸੀਂ ਬੈਠਾਂਗੇ ਜ਼ਰੂਰ, ਸੀ ਇੱਥੇ ਅੰਦਰ ਬੈਠ ਕੇ ਗੱਲ ਕਰਦੇ ਆ। ਸੋ ਕੱਲੀ ਜਿਹੜੀ ਚੀਜ਼ ਇਹਦੀ ਬੜੀ ਵਧੀਆ ਤੁਸੀਂ ਲਗਵਾਈ ਹੈ ਹਨਾ, ਸਟੀਅਰਿੰਗ। ਇੱਕ ਖਾਸ ਗੱਲ, ਸਟੀਅਰਿੰਗ ਹੀ ਕਿਉਂ ਇੱਧਰਲੇ ਪਾਸੇ ਚੁਣਿਆ ਗਿਆ? ਇਹ ਜੀ ਆਪਣੇ ਲੈਫਟ ਸਾਈਡ ਡਰਾਈਵ ਹੈ ਜੀ ਉੱਥੇ ਕੈਨੇਡਾ 'ਚ, ਤਾਂ ਕਿ ਫਿਰ ਜੇ ਇੱਧਰ ਹੁੰਦਾ ਜੀ ਤੇ ਪਾਸ ਨਹੀਂ ਸੀ ਹੋਣੀ ਉੱਥੇ, ਤਾਂ ਕਰਕੇ ਉੱਥੇ ਲਾਇਸੈਂਸ ਪਲੇਟ ਲੈਣ ਲਈ, ਰਜਿਸਟਰਡ ਕਰਨ ਲਈ ਸਾਨੂੰ ਸਟੀਅਰਿੰਗ ਇਸ ਸਾਈਡ ਹੀ ਚਾਹੀਦਾ ਸੀਗਾ ਜੀ ਦਾ ਜੀ। ਵੈਸੇ ਇਹ ਤਾਂ ਮੈਨੂੰ ਪੁਰਾਣੇ ਮਾਡਲ ਦੀ ਲੱਗ ਰਹੀ ਹੈ। ਕਿ ਕਿਹੜਾ ਮਾਡਲ ਹੈ ਇਹ ਜੀ 2005 ਮਾਡਲ ਆ ਜੀ। ਤੇ ਇਹ ਮਿਲਟਰੀ ਵਾਲੀ ਜੀਪ ਸੀਗੀ ਜੀ, ਤੇ ਕਰਕੇ ਪੂਰੀ ਮੋਡੀਫਾਈ ਕੀਤੀ ਹੈ ਜੀ। ਡੱਬ ਵਾਲੀ ਤੋਂ ਕਰਵਾਈ ਹੈ ਜੀ, ਖਾਨ ਬ੍ਰਦਰਸ ਤੋਂ। ਤੇ ਇਹਦੇ ਵੀ ਜਾਣੀ ਕਿ ਸਾਡੀ ਬਹੁਤ ਮਿਹਨਤ ਲੱਗੀ ਹੈ ਜੀ। ਘੱਟੋ ਘੱਟ ਸਾਡੇ 4-5 ਤਾਂ ਗੇੜੇ ਵੱਜੇ ਆ ਜੀ ਉੱਥੇ, ਤੇ ਰਾਤ ਅਸੀਂ 11 ਵਜੇ ਹੀ ਲੈ ਕੇ ਆਏ ਆ ਜੀ ਇਹਨੂੰ। ਤੇ ਜਾਣੀ ਕਿ ਕੱਲ ਤਾਂ ਸਾਡਾ ਸਾਰਾ ਦਿਨ ਹੀ ਲੱਗ ਗਿਆ ਜੀ ਇਹਦੇ ਕੰਮ ਕਰਾਉਣ ਦਾ ਜੀ। ਹਾਂ, ਤੇ ਇਹਦੇ ਚ ਕੀ ਕੁਝ ਨਵਾਂ ਪਿਆ ਹੈ? ਕਿਉਂਕਿ ਬਹੁਤ ਪੁਰਾਣਾ ਮਾਡਲ ਹੈ ਔਰ ਬੜੀਆਂ ਚੀਜ਼ਾਂ ਚ ਖਾਸ ਵੀ ਨੇ। ਇਹ ਚੀਜ਼ ਸਾਨੂੰ ਬੜੀ ਵਧੀਆ ਖਾਸ ਦੇਖਣ ਨੂੰ ਮਿਲ ਰਹੀ ਹੈ। ਹੋਰ ਕੀ ਕੁਝ ਇਹ ਚ ਨਵਾਂ ਆ? ਇਹ 'ਚ ਤਾਂ ਜੀ ਇਹ ਪੁਰਾਣੇ ਸਟਾਈਲ ਦੀ ਬਣਾਈ ਆ, ਜਿੱਦਾਂ ਕਿ ਜੀ ਆਹ ਦੇਖੋ, ਜਾਨੀ ਕਿ ਜਿੱਦਾਂ ਕਿ ਆਪਾਂ ਵਾਈਪਰ ਚਲਾਉਂਦੇ ਆ ਜੀ, ਵਾਈਪਰ ਵੀ ਇਧਰੋਂ ਹੀ ਚੱਲਿਆ ਕਰਨੇ ਆ ਜੀ। ਇਹ ਜਾਨੀ ਕਿ ਇਹ ਤਾਂ ਜਾਨੀ ਕਿ ਆਪਾਂ ਕਹਿ ਸਕਦੇ ਪੁਰਾਣੇ ਥੋੜੇ ਜਿਹੇ ਸਿਸਟਮ ਦੀ ਸਟਾਈਲ ਦੀ ਬਣਾਈ, ਫੌਜੀ ਟਾਈਪ ਜੀ, ਜਿੱਦਾਂ ਕਿ ਜੀ ਫੌਜੀਆਂ ਦੀ ਪਹਿਲਾਂ ਹੁੰਦੀਆਂ ਸੀ, ਉਹ ਟਾਈਪ ਜੀ ਭਾਜੀ ਇਹ ਜਿਵੇਂ। ਟਰੈਕਟਰ ਦੀ ਗੱਲ ਕਰਦੇ ਹਾਂ, ਟਰੈਕਟਰ ਤੁਹਾਨੂੰ ਇੱਥੇ ਚਾਹੀਦਾ ਸੀ ਉਹਨਾਂ ਨੂੰ ਕਿ ਅਸੀਂ ਇੱਥੇ ਪੰਜਾਬ ਦੇ ਵਿੱਚ ਵੀ ਨਗਰ ਕੀਰਤਨਾਂ ਦੀ ਸ਼ਾਨ ਬਣਦਾ ਸੀ, ਗੁਰੂ ਮਹਾਰਾਜ ਦੀ ਪਾਲਕੀ ਦੇ ਮੂਹਰੇ ਲੱਗਦਾ ਸੀ ਨਾ। ਫਿਰ ਜੀਪ ਦਾ ਕਨਸੈਪਟ ਕਿਵੇਂ ਮਨ ਚ ਆਇਆ ਕਿ ਜੀਪ ਵੀ ਅਸੀਂ ਲੈ ਕੇ ਜਾਣੀ ਹੈ? ਜੀਪ ਜੀ ਜਾਨੀ ਕਿ ਜਿੱਦਾਂ ਕਿ ਸਾਡੇ ਪੁਰਾਣਾ ਟਰੈਕਟਰ ਉੱਥੇ ਹੀ ਫਾਊਂਡ ਟਰੈਕ 60, ਉਹ ਵੀ ਟਰੈਕਟਰ ਟਰਾਲੀ ਵੀ ਹੈਗੀ, ਤਾਰਾ ਸਿੰਘ ਬਲਗੇ ਤੋਂ ਟਰਾਲੀ ਪਹਿਲਾਂ ਹੀ ਗਈ ਹੋਈ ਹੈ ਜੀ। ਤੇ ਉਹ ਵੀ ਜਾਂਦਾ ਜੀ ਨਗਰ ਕੀਰਤਨ ਤੇ ਸਾਨੂੰ ਸੀਗਾ ਇਹ ਵੀ ਲੈ ਕੇ ਮੇਲਿਆਂ ਤੇ, ਜਾਨੀ ਕਿ ਉਹ ਮੇਲੇ 'ਚ ਵੀ ਪਾਰਟਿਸਿਪੇਟ ਕਰਦੇ ਰਹਿੰਦੇ ਆ ਜੀ ਆਪਣੇ ਜਰਨੈਲ ਬਾਈ ਹੁਣੀ ਫਾਲਕਨ ਵਾਲੇ। ਸੋ ਉਹਨਾਂ ਨੂੰ ਸੀਗਾ ਵੀ ਜਿੱਦਾਂ ਕਿ ਬਾਕੀ ਉਹਨਾਂ ਦੇ ਬੱਚਿਆਂ ਨੂੰ ਵੀ ਸ਼ੌਂਕ ਸੀਗਾ, ਤੇ ਉੱਥੇ ਵੀ ਉਹਨਾਂ ਨੇ ਪੁਰਾਣੀਆਂ ਐਂਟੀਕ ਕਾਰਾਂ ਰੱਖੀਆਂ ਹੋਈਆਂ, ਤੇ ਵੀ ਜੀਪ ਵੀ ਫੌਜੀਆਂ ਵਾਲੀ ਲਿਆਈ ਜਾਵੇ ਜੀ ਬਾਹਰ। ਤੇ ਤਾਂ ਕਰਕੇ ਜੀ ਇਹ ਸਿਲੈਕਟ ਕੀਤੀ ਸੀ। ਤੇ ਮੇਨ ਉਹਨਾਂ ਨੂੰ ਸੀਗਾ ਵੀ ਡੱਬ ਵਾਲੀ ਜਿੱਦਾਂ ਕਿ ਮਸ਼ਹੂਰ ਹੈ ਜੀ ਜੀਪਾਂ ਦਾ, ਵੀ ਉੱਥੋਂ ਬਣਵਾ ਲਈਏ ਜੀ। ਜੀ ਬਿਲਕੁਲ। ਗੱਲ ਕਰ ਲੈਂਦੇ ਹਾਂ ਹੁਣ ਅਸੀਂ ਇੱਥੋਂ ਉੱਥੇ ਭੇਜਣ ਦਾ ਖਰਚਾ। ਇਹਨੂੰ ਭੇਜਣਾ ਸ਼ਿਪ ਦੇ ਰਾਹੀਂ ਹੈ, ਕਿੰਨਾ ਖਰਚਾ ਆ ਰਿਹਾ ਹੈ? ਇਹ ਜਾਣੀ ਕਿ ਜੀ ਕੰਟੇਨਰ ਜਾਣੇ ਆ ਸਾਡੇ 2, ਹੋਰ ਵੀ ਜਾਣੀ ਕਿ ਇਹ ਤਾਂ ਸਮਾਨ ਤੁਸੀਂ ਦੇਖ ਰਹੇ ਹੋ 3 ਚੀਜ਼ਾਂ ਇਹ ਨੇ। ਸਾਡਾ ਹੋਰ ਵੀ ਕਾਫੀ ਸਮਾਨ ਆ ਜੀ, ਗ੍ਰਾਸ ਕਟਰ ਆ, ਰੋਟਾਵੇਟਰ ਆ, ਹੋਰ ਵੀ ਇੱਕ ਟਰਾਲੀ ਸਾਡੀ ਰੈਡੀ ਹੋ ਰਹੀ ਹੈ ਜੀ 15 ਫੁੱਟੀ, ਜਾਣੀ ਕਿ ਲੋ ਪ੍ਰੋਫਾਈਲ ਟਰਾਲੀ ਜਿਹੜੀ ਹੁੰਦੀ ਹੈ ਨਾ ਜੀ, ਪਿੱਛੇ ਜੀਪਾਂ ਦੇ ਪਿੱਛੇ ਪੈਂਦੀ ਆ, ਤੇ ਉਹ ਜਾ ਰਹੀ ਹੈ ਰੈਡੀ ਹੋ ਕੇ। ਸੋ ਸਾਡਾ ਜੀ ਖਰਚਾ ਟੋਟਲ ਤਕਰੀਬਨ ਇੱਕ ਕੰਟੇਨਰ ਤੇ 6.5 ਲੱਖ ਦਾ ਹੋ ਰਿਹਾ। ਦੇਖ ਲਓ ਫਿਰ 2 ਕੰਟੇਨਰ ਜਾਣੇ ਜੀ, 12-13 ਲੱਖ ਦਾ ਤਾਂ ਖਰਚਾ ਸਾਡਾ ਆਏਗਾ ਜੀ ਉੱਥੇ ਭੇਜਣ ਦਾ। ਇਹ ਉਹਨਾਂ ਨੂੰ ਇੰਨਾ ਸ਼ੌਂਕ ਸੀਗਾ ਜਾਂ ਕੋਈ ਹੋਰ ਵੀ ਵਜ੍ਹਾ ਹੋ ਸਕਦੀ ਹੈ ਕਿ ਇੱਥੋਂ ਇੰਡੀਆ ਤੋਂ ਉੱਥੇ ਮੰਗਵਾਉਣਾ? ਨਹੀਂ, ਸ਼ੌਂਕ ਹੀ ਆ ਜੀ, ਹੋਰ ਤਾਂ ਵਜ੍ਹਾ ਕੀ ਹੁਣ, ਇਹ ਸ਼ੌਂਕ ਹੀ ਆ ਇਹ। ਉਹ ਕਹਿੰਦੇ ਵੀ ਸ਼ੌਂਕ ਪੂਰਾ ਕਰਨਾ ਵਾ, ਤੇ ਫਿਰ ਮੈਂ ਕਿਹਾ ਕੋਈ ਗੱਲ ਨਹੀਂ ਆਪਾਂ ਸਮਾਨ ਲਿਆ ਦਿੰਦੇ ਆ ਜੀ। ਹਾਂਜੀ ਬਿਲਕੁਲ, ਅਸੀਂ ਉਤਰਾਂਗੇ। ਜੇਕਰ ਅਸੀਂ ਗੱਲ ਕਰ ਲੈਂਦੇ ਹਾਂ ਤਾਂ ਬੜਾ ਹੀ ਸ਼ੌਂਕ ਪੰਜਾਬੀਆਂ ਦੇ ਵੱਖਰੇ ਹੁੰਦੇ ਨੇ। ਸੋ ਹੁਣ ਅਸੀਂ ਤੁਹਾਨੂੰ ਇੱਕ ਵਾਰ ਜੀਪ ਵੀ ਦਿਖਾਈ ਹੈ, ਸਟੀਅਰਿੰਗ ਵੀ ਦੂਸਰੇ ਪਾਸੇ ਹੈ, ਟਾਇਰ ਵੀ ਇਹਦੇ ਵੇਖ ਸਕਦੇ ਹੋ, ਲਾਈਟਾਂ ਦੇਖ ਸਕਦੇ ਹੋ, ਬਿਲਕੁਲ ਵੱਖਰੀਆਂ ਚੀਜ਼ਾਂ ਨੇ। ਇਹ ਚੀਜ਼ ਬਹੁਤ ਵਧੀਆ ਲੱਗ ਰਹੀ ਹੈ। ਇਹਨੂੰ ਕੀ ਬੋਲਦੇ ਮੈਨੂੰ ਪਤਾ ਨਹੀਂ ਹੈ। ਹਾਂਜੀ, ਇਹ ਤਾਂ ਜੀ ਆਪਣੀ ਸਪੋਰਟ ਆ। ਜੇ ਆਪਾਂ ਸ਼ੀਸ਼ਾ ਥੱਲੇ ਸੁੱਟਣਾ ਜੀ ਇਹਦੇ ਤੇ ਆ ਕੇ ਐ ਸਟੈਂਡ ਹੋ ਜਾਣਾ ਜੀ, ਇਹ ਸਪੋਰਟਰ ਹੈ ਇੱਕ ਤਰ੍ਹਾਂ ਦਾ ਜੀ। ਓਕੇ, ਠੀਕ ਹੈ। ਸੋ ਇਹ ਵੱਖਰੀਆਂ ਚੀਜ਼ਾਂ ਨਜ਼ਰ ਆ ਰਹੀਆਂ ਨੇ। ਸਾਰੋ ਇੱਥੇ ਲੱਕੜ ਦਾ ਵੀ ਕੰਮ ਨਾਲ ਦੀ ਨਾਲ ਕੀਤਾ ਹੋਇਆ। ਜਿੱਦਾਂ ਕਿ ਅੱਗੇ ਆਪਣੇ ਜੀਪਾਂ ਦੇ ਦੇਖਿਆ ਨਹੀਂ ਹੁੰਦਾ ਜੀ, ਕਿਰਪਾਨਾਂ ਲਾਈਆਂ ਹੁੰਦੀਆਂ ਸੀਗੀਆਂ ਜੀ, ਤੇ ਤਾਂ ਉਸ ਤਰ੍ਹਾਂ ਦਾ ਹੁਣ ਅੱਜ ਕੱਲ੍ਹ ਇਦਾਂ ਲਵਾਉਣ ਲੱਗੇ, ਤਾਂ ਕਰਕੇ ਉਹ ਚੀਜ਼ ਲਾਈ ਹੈ। ਪੱਕੀ ਫਿਕਸ ਹੈ ਜੀ, ਇਹ ਨਟ ਲਾਇਆ ਹੋਇਆ ਜੀ। ਹਾਂਜੀ ਜੀ। ਸੋ ਬਿਲਕੁਲ, ਇੱਕ ਪਿੱਛੇ ਇੱਕ ਸੀਟ ਆ ਨਾਲ ਦੇ, ਗੱਡੀ ਵਾਂਗੂ ਤਿਆਰ ਕੀਤੀ ਗਈ ਪਿੱਛੋਂ ਤਾਂ। ਹਾਂਜੀ ਜੀ। ਇਹਦੇ ਬੈਲਟਾਂ ਵੀ ਲੱਗੀਆਂ ਜੀ ਪ੍ਰੋਪਰ, ਤੇ ਇੱਥੇ ਹੁਣ ਸਟੀਰੀਓ ਲਵਾ ਕੇ ਲੈ ਕੇ ਆਉਣਾ ਜੀ। ਬਾਕੀ ਇਹ ਸਾਡੇ ਟਾਇਰ ਨਾਲ ਆ, ਤੇ ਘਰ ਆਪਣੇ ਪਏ ਸੀ ਜੀ, ਤੇ ਟਾਇਰ ਨਾਲ ਇਹਦੇ ਇੱਕ ਹੋਰ ਭੇਜ ਰਹੇ ਆ, ਜਾਨੀ ਕਿ ਜਿਹੜੀ ਪਤਲੇ ਟਾਇਰ ਹੁੰਦੇ ਆ ਨਾਲ ਉਹ ਰੱਖਣ ਨੂੰ। ਇਹਦੇ ਜੀ ਛੱਟੇ ਵੀ ਬਹੁਤ ਪੈ ਜਾਂਦੇ ਆ। ਬਾਕੀ 2 ਜੋੜੀਆਂ ਭੇਜਣੀਆਂ ਇਹ ਟਾਇਰਾਂ ਦੀਆਂ, ਵੀ ਕਿਤੇ ਲਾ ਕੇ ਉਹ ਪਾ ਲਿਆ ਕਰਾਂਗੇ, ਤੇ ਰੱਖਾਂਗੇ ਜੀ ਨਾਲ ਜੀ। ਬਿਲਕੁਲ, ਇੱਕ ਜਿਹੜਾ ਸ਼ੌਂਕ ਹੈ, ਇਸ ਸ਼ੌਂਕ ਦਾ ਕੋਈ ਮੁੱਲ ਨਹੀਂ ਹੈ, ਕਿਉਂਕਿ ਇੰਨਾ ਵੱਡਾ ਸ਼ੌਂਕ ਹੈ। ਉੱਪਰੋਂ
ਪੰਜਾਬ ਦੀ ਧਰਤੀ ਤੋਂ ਤਿਆਰ ਹੋ ਕੇ ਕੈਨੇਡਾ ਪਹੁੰਚੇਗਾ, ਜਿੱਥੇ ਅੱਜ ਵੈਸੇ ਲੋਕ ਜੇਕਰ ਤੁਹਾਡੇ ਪਿੰਡ ਦੀ ਅਸੀਂ ਗੱਲ ਕਰ ਲੈਂਦੇ ਆ, ਉਹ ਜਦੋਂ ਆਈਏ ਥੋੜਾ ਟਰੈਕਟਰ ਤਿਆਰ ਹੋ ਕੇ ਆਇਆ, ਜੀਪ ਤਿਆਰ ਹੋ ਕੇ ਆਈ ਆ, ਤਾਂ ਫਿਰ ਉਹ ਆ ਕੇ ਪਹਿਲਾਂ ਕਹਿੰਦੇ ਹੋਣਗੇ ਭਾਜੀ ਪਹਿਲਾਂ ਅਸੀਂ ਦੇਖਣਾ ਵੀ ਚਾਹੁੰਦੇ ਆ, ਫੋਟੋ ਵੀ ਕਰਾਉਂਦੇ ਹੋਣਗੇ। ਫਿਰ ਜੋ ਇੱਥੇ ਹੋ ਰਿਹਾ ਮੈਨੂੰ ਲੱਗਦਾ ਕੈਨੇਡਾ 'ਚ ਵੀ ਹੋਏਗਾ। ਉਹ ਜ਼ਰੂਰ ਹੋਊਗਾ ਜੀ। ਮੈਨੂੰ ਨਹੀਂ ਲੱਗਦਾ, ਚਲੋ ਟਰੈਕਟਰ ਤਾਂ ਬਹੁਤ ਵਧੀਆ ਤਿਆਰ ਹੋ ਕੇ ਗਏ ਹੋਣੇ ਆ, ਪਰ ਅਸੀਂ ਤਾਂ ਇਹਤੇ ਪੂਰਾ ਜ਼ੋਰ ਲਾਇਆ ਸੀ ਵੀ ਮੰਨਦਾ ਵੀ ਇਹ ਵੀ ਵਨ ਆਫ ਦਾ ਬੈਸਟ ਹੋਊਗਾ ਉੱਥੇ ਜਿਹੜਾ ਹੋਊਗਾ ਕੈਨੇਡਾ 'ਚ ਅਵੇਲੇਬਲ ਟਰੈਕਟਰ। ਤੇ ਸੋ ਸਾਡਾ ਮਿਹਨਤ ਤਾਂ ਪੂਰੀ ਲੱਗੀ ਹੈ ਜੀ, ਜਿੱਦਾਂ ਕਿ ਘਰੇ ਵੀ ਸਾਡੇ ਇੱਥੇ ਪਿੰਡ ਵੀ ਆਸੇ-ਪਾਸੇ ਬਹੁਤ ਦੇਖਣ ਆਏ ਆ, ਤੇ ਉੱਥੇ ਵੀ ਖਿੱਚ ਦਾ ਕੇਂਦਰ ਤਾਂ ਪੱਕਾ ਜ਼ਰੂਰ ਬਣੂਗਾ ਜੀ। ਜੀ ਬਿਲਕੁਲ। ਅਸੀਂ ਇੱਥੋਂ ਦੀ ਗੱਲ ਕਰ ਲੈਂਦੇ ਆ ਪੰਜਾਬ ਦੀ, ਤਾਂ ਹੁਣ 3 ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਵੀ ਚੱਲ ਰਿਹਾ ਹੈ ਨਾ, ਪਰ ਇੱਥੇ ਸਾਨੂੰ ਇੱਕ ਝਲਕ ਵੀ ਦੇਖਣ ਨੂੰ ਮਿਲ ਰਹੀ ਹੈ, ਜੈ ਕਿਸਾਨ, ਦੂਸਰੇ ਪਾਸੇ ਜੈ ਜਵਾਨ ਦਾ ਨਾਰਾ ਵੀ ਲਗਾਇਆ ਗਿਆ ਇੱਥੇ। ਇਹ ਸਪੈਸ਼ਲ ਐਤਕੀ ਜਿਹੜਾ ਖੇਤੀ ਕਾਨੂੰਨਾਂ ਦੇ ਕਰਕੇ ਹੀ ਇਹਨਾਂ ਨੇ ਸਪੈਸ਼ਲ ਸਟicker ਤਿਆਰ ਕਰਾਏ ਇਹ, ਜਿਹੜੇ ਹੁਣ ਨਵੇਂ ਮੋਡੀਫਾਈਡ ਟਰੈਕਟਰ ਕੀਤੇ ਆ ਉਹਨਾਂ ਸਾਰਿਆਂ ਉੱਤੇ ਸਪੈਸ਼ਲ ਲੱਗੇ ਹੋਏ ਆ ਇਹ ਸਟicker ਜੀ। ਤੇ ਇਹ ਜਦੋਂ ਲਾਈਟਿੰਗ ਰਾਤ ਨੂੰ ਆਏ, ਹੁਣ ਅਸੀਂ ਵੈਸੇ ਦੇਖ ਰਹੇ ਹਾਂ ਬਹੁਤ ਖੂਬਸੂਰਤ ਲਾਈਟਿੰਗ ਬਲੂ ਯੈਲੋ ਕਲਰ ਦੀ ਜਿਹੜੀ ਲਾਈਟ ਹੈ ਉਹ ਬਾਹਰ ਆ ਰਹੀ ਹੈ ਹਨਾ, ਇਹਦੇ ਤੇ ਵੀ ਵੱਖਰੀ ਚੋਣ ਕੀਤੀ ਗਈ ਕਿ ਸਾਨੂੰ ਇਹ ਲਾਈਟ ਚਾਹੀਦੀ ਆ। ਯੈਸ, ਵੱਖਰੀ ਚੋਣ ਕੀਤੀ ਸੀ ਉੱਥੇ। ਉਹ ਸਾਨੂੰ ਫਿਰ ਨਾ ਉਹਨਾਂ ਨੇ ਦਿਖਾਈਆਂ ਸਾਰੀਆਂ ਲਾਈਟਾਂ ਲੱਗੀਆਂ ਹੋਈਆਂ। ਟਰੈਕਟਰ ਹੋਰ ਵੀ 4-5 ਮੋਡੀਫਾਈ ਹੋਏ ਸੀ, ਫੋਰਡ ਸੀਗਾ ਤੇ ਸਵਰਾਜ ਸੀਗਾ ਇੱਕ, ਉਹ ਵੀ ਕੈਨੇਡਾ ਹੀ ਜਾਣੇ ਸੀਗੇ। ਉਹਨਾਂ ਨੇ ਸਾਨੂੰ ਸਾਰਿਆਂ ਦੀਆਂ ਲਾਈਟਾਂ ਜਦੋਂ ਚਲਾ ਕੇ ਦਿਖਾਈਆਂ, ਅਸੀਂ ਉਹਨਾਂ ਨੂੰ ਫਿਰ ਦੱਸਿਆ ਵੀ ਸਾਨੂੰ ਵੱਖਰੀ ਚੀਜ਼ ਚਾਹੀਦੀ ਆ। ਫਿਰ ਉਹਨਾਂ ਨੇ ਆਪਦੇ ਹਿਸਾਬ ਦੇ ਨਾਲ ਹੀ ਇਹ ਤਿਆਰ ਕਰਾ ਕੇ ਸਾਨੂੰ ਦਿੱਤੀਆਂ ਤੇ ਫਿਰ ਲਾਈਆਂ। ਜਦੋਂ ਸਾਨੂੰ ਫਿਰ ਸੱਦਿਆ ਉਹਨਾਂ ਨੇ, ਜਦੋਂ ਇਹ ਸਾਰਾ ਲਾਈਟਿੰਗ ਦਾ ਕੰਮ ਹੋ ਗਿਆ, ਫਿਰ ਸਾਨੂੰ ਆ ਸਪੈਸ਼ਲ ਫੋਨ ਕਰਕੇ ਸੱਦ ਕੇ ਉਹਨਾਂ ਨੇ ਦਿਖਾਈਆਂ ਵੀ ਕਿੱਦਾਂ ਲੱਗ ਰਹੀਆਂ। ਫਿਰ ਜਦੋਂ ਜੈਸ ਕੀਤੀ ਅਸੀਂ, ਫਿਰ ਉਹਨਾਂ ਨੇ ਪਾਸ ਕਰਕੇ ਤੇ ਉਦੋਂ ਬਾਅਦ ਫਿਰ ਉਹਨਾਂ ਨੇ ਸਪੈਸ਼ਲ ਕੰਮ ਸਾਰਾ ਤਿਆਰ ਕਰਕੇ, ਫਿਰ ਉਦੋਂ ਬਾਅਦ ਦੁਬਾਰਾ ਫਿਰ ਸਾਨੂੰ ਸੱਦਿਆ, ਫਿਰ ਸੱਦ ਕੇ ਕਹਿੰਦੇ ਵੀ ਦੇਖੋ ਯੈਸ ਕਰ ਦਿਓ। ਫਿਰ ਅਸੀਂ ਯੈਸ ਕੀਤੀ। ਤੁਸੀਂ ਇੰਗਲੈਂਡ ਰਹਿ ਕੇ ਆਏ ਹੋ, ਤੁਹਾਨੂੰ ਕਦੀ ਇੰਗਲੈਂਡ ਦੀ ਧਰਤੀ ਤੇ ਇਹ ਚੀਜ਼ਾਂ ਮਿਲੀਆਂ ਦੇਖਣ ਦੇ ਲਈ ਐਵੇਂ ਦੀਆਂ? ਐਵੇਂ ਦੀਆਂ ਨਹੀਂ ਜੀ ਮਿਲੀਆਂ। ਉੱਥੇ ਫਾਰਮਾਂ ਦੇ ਵਿੱਚ ਟਰੈਕਟਰ ਹੈਗੇ ਆ ਵੱਡੇ, ਜੌਂਡੀਅਰ ਵਗੈਰਾ, ਕਲਾਸ਼ ਦੇ ਜਾਂ ਏਸ ਵਗੈਰਾ ਹੈਗੇ ਆ। ਮਤਲਬ ਇੰਗਲੈਂਡ ਦਾ ਏਰੀਆ ਬਹੁਤ ਘੱਟ ਆ, ਛੋਟਾ ਵਾ, ਪੰਜਾਬ ਜਿੱਡਾ ਹੀ ਆ, ਤੇ ਉੱਥੇ ਆਹ ਚੀਜ਼ਾਂ ਹੈ ਨਹੀਂ ਗੀਆਂ ਜਿਹੜੀਆਂ ਆਪਣੇ ਹੁਣ ਕੈਨੇਡਾ ਵਗੈਰਾ ਅਮਰੀਕਾ ਜਾ ਰਹੀਆਂ ਵਾ, ਇੰਗਲੈਂਡ ਦੇ ਵਿੱਚ ਨਹੀਂ ਹੈ। ਅਸੀਂ ਹੁਣ ਇੱਥੇ ਗੱਲ ਕਰ ਲੈਣਾ ਕਿ ਜੋ ਉੱਥੋਂ ਦੀ ਗਵਰਨਮੈਂਟ ਇਸ ਚੀਜ਼ ਨੂੰ ਪਹਿਲਾਂ ਕੋਈ ਇਹਦਾ ਸਰਟੀਫਿਕੇਟ ਦੇਣਾ ਪੈਂਦਾ ਆ, ਕਿੱਦਾਂ ਫਿਰ ਗਵਰਨਮੈਂਟ ਨੂੰ ਕਿੱਦਾਂ ਦੱਸਣਾ ਪੈਂਦਾ ਹੈ ਕਿ ਅਸੀਂ ਇੰਡੀਆ ਤੋਂ ਇਹ ਚੀਜ਼ ਉੱਥੇ ਲੈ ਕੇ ਜਾ ਰਹੇ ਹਾਂ? ਹਾਂਜੀ, ਅਸੀਂ ਸਾਰੇ ਜੀ ਪੇਪਰ ਵਰਕ ਇਹਦਾ ਲੈ ਕੇ ਜਾ ਰਹੇ ਹਾਂ। ਜਿਨ੍ਹਾਂ ਦੇ ਨਾਮ ਇਹ ਜੀਪ ਸੀ ਉਹਨਾਂ ਦੇ ਪ੍ਰੋਪਰ ਐਫੀਡੇਵਿਟ ਲੈ ਕੇ ਜਾ ਰਹੇ ਹਾਂ, ਪੱਕੇ ਬਿੱਲ ਲੈ ਕੇ ਜਾ ਰਹੇ ਹਾਂ, ਆਰਸੀ, ਇੰਸ਼ੋਰੈਂਸ ਦੀ ਤਾਂ ਚਲੋ ਲੋੜ ਨਹੀਂ ਪੈਣੀ, ਜਾਣੀ ਕਿ ਜਿਹੜੇ ਕਾਗਜ਼ ਉਹਨਾਂ ਨੂੰ ਪੇਪਰ ਵਰਕ ਚਾਹੀਦਾ ਜੀ ਗਵਰਨਮੈਂਟ ਨੂੰ ਉੱਥੇ, ਉਹ ਸਾਰਾ ਅਸੀਂ ਨਾਲ ਲੈ ਕੇ ਜਾ ਰਹੇ ਹਾਂ ਇੱਥੋਂ। ਹਾਂਜੀ। ਸੋ ਇਹਨੂੰ ਹੁਣ ਕਿੰਨਾ ਕੁ ਸਮਾਂ ਲੱਗਣਾ ਆ ਉੱਥੇ ਪਹੁੰਚਣ ਤੇ? ਲੱਗਣਾ ਜੀ ਇਹ ਅਸੀਂ 5 ਦਿਨ ਚ ਸ਼ਿਪ ਕਰ ਦੇਣਾ ਇੱਥੋਂ, ਜਾਣੀ ਕਿ ਫਿਰ ਇੱਥੋਂ ਲੁਧਿਆਣੇ ਜਾਣਾ ਜੀ, ਸਾਹਨੇਵਾਲ ਆਪਣੇ ਜਿਹੜਾ ਖੁਸ਼ਕ ਬੰਦਰਗਾਹ, ਉੱਥੋਂ ਜਾ ਕੇ ਫਿਰ ਬੰਬੇ ਜਾਣਾ ਜੀ, ਬੰਬੇ ਤੋਂ ਗਾਂ ਜਾਣਾ। ਜਾਣੀ ਕਿ ਸਾਨੂੰ ਜਿਹੜਾ ਟਾਈਮ ਪੀਰੀਅਡ ਦਿੱਤਾ ਵੀ ਇੱਥੋਂ ਲੁਧਿਆਣਿਓਂ ਟੋਰਾਂਟੋ ਸਾਡੇ ਜਾਣੀ ਕਿ ਘਰ ਤੱਕ ਪਹੁੰਚਾਉਣ ਦਾ 1.5 ਮਹੀਨੇ ਦੀ ਵਿੰਡੋ ਦਿੱਤੀ ਆ, ਤੁਸੀਂ ਮੈਕਸਿਮਮ 2 ਮਹੀਨੇ ਲੈ ਕੇ ਚੱਲੋ ਜੀ। ਇਹਦੇ ਨਾਲ ਕੋਈ ਤੁਹਾਡਾ ਪਰਿਵਾਰਕ ਮੈਂਬਰ ਵੀ ਜਾਏਗਾ ਜਾਂ ਫਿਰ ਉਹੀ ਜਿਨ੍ਹਾਂ ਨੂੰ ਤੁਸੀਂ ਜ਼ਿੰਮੇਵਾਰੀ ਸੌਂਪ ਰਹੇ ਹੋ ਉਹੀ ਜਾਣਗੇ? ਨਹੀਂ ਜੀ, ਇਹ ਤਾਂ ਫਿਰ ਇਕੱਲੇ ਕੰਟੇਨਰ 'ਚ ਹੀ ਸ਼ਿਪ ਕਰਕੇ ਬਾਹਰੋਂ ਲੌਕ ਕਰਕੇ ਭੇਜ ਦੇਣੇ ਆ। ਇਹਦੇ ਤਾਂ ਫਿਰ ਜਾਣੀ ਕਿ ਸਾਨੂੰ ਅਪਡੇਟ ਮਿਲਦੀ ਰਹੂ ਵੀ ਹੁਣ ਤੁਹਾਡਾ ਜਿਹੜੀ ਸ਼ਿਪ ਆ, ਜਿੱਥੇ ਕੰਟੇਨਰ ਆ, ਉਹ ਇੱਥੇ ਪਹੁੰਚ ਗਿਆ, ਵੀ ਆਹ ਸੀ 'ਚ ਪਹੁੰਚ ਗਿਆ, ਆਹ ਕੰਟਰੀ ਦੇ ਨੇੜੇ ਪਹੁੰਚ ਗਿਆ, ਇੰਨੀ ਕੁ ਅਪਡੇਟ ਸਾਨੂੰ ਮਿਲੂ। ਤੇ ਨਾਲ ਤਾਂ ਕਿਸੇ ਨੇ ਨਹੀਂ ਜਾਣਾ, ਕਿਉਂਕਿ ਜੀ ਇਹ ਆਪਣੇ ਕਹਿ ਲਓ ਵੱਡੀ ਸ਼ਿਪ 'ਚ ਜਾਣਾ, ਉੱਥੇ ਤਾਂ ਸਾਰੇ ਕੰਟੇਨਰ ਹੀ ਹੋਣੇ। ਹਾਂਜੀ। ਹੁਣ ਗੱਲ ਕਰ ਲੈਂਦੇ ਅਸੀਂ, ਤੁਸੀਂ ਦੱਸ ਰਹੇ ਸੀਗੇ ਕਿ ਜਿਹੜਾ ਟਰੈਕਟਰ ਹੈ ਉਹ ਨਗਰ ਕੀਰਤਨਾਂ ਦਾ ਹਿੱਸਾ ਬਣਿਆ ਕਰੇਗਾ ਹਨ, ਉਹਦੇ ਅੱਗੇ ਲਿਜਾਣਾ ਆ, ਤਾਂ ਇੰਡੀਆ 'ਚੋਂ ਪਹਿਲਾਂ ਕਰਦੇ ਹੋਣਗੇ, ਸ਼ਾਮਲ ਹਿੱਸਾ ਭਾਗ ਲੈਂਦੇ ਹੋਣਗੇ ਹੈ ਨਾ, ਉੱਥੇ ਜਾ ਕੇ ਫਿਰ ਜਦੋਂ ਗੁਰਪੁਰਬ ਹੁੰਦੇ ਨੇ ਜਾਂ ਕੋਈ ਵੀ ਦਿਹਾੜਾ ਆਉਂਦਾ ਆ ਹੈ ਨਾ ਧਾਰਮਿਕ ਦੇ ਸਿੱਖੀ ਦੇ ਵਿੱਚ, ਤਾਂ ਉਸ ਤੋਂ ਬਾਅਦ ਫਿਰ ਉਸੇ ਤਰ੍ਹਾਂ ਹੀ ਜੋ ਨਗਰ ਕੀਰਤਨ ਹੋਏਗਾ, ਕਿਹੜੇ ਹਿੱਸਿਆਂ 'ਚੋਂ ਹਿੱਸਾ ਲੈਣਗੇ, ਸ਼ਾਮਲ ਹੋਣਗੇ? ਸਾਡੇ ਜਾਣੀ ਕਿ ਜੀ ਉੱਥੇ ਮੇਲੇ ਬਹੁਤ ਹੁੰਦੇ ਰਹਿੰਦੇ ਆ। ਪਹਿਲੀ ਗੱਲ ਤਾਂ ਜੀ ਇੱਥੇ ਸਾਡੀ ਕੰਪਨੀ ਜੀ ਸਾਹਮਣੇ ਗੁਰਦੁਆਰਾ ਵਾ, ਭਾਵੇਂ ਅਸੀਂ ਤਾਂ ਰੋਜ਼ ਹੀ ਉੱਥੇ ਜਾ ਕੇ ਹੁਣ ਜਾਂਦੇ ਸਰ ਖੜਾ ਦਈਏ। ਸੋ ਤਾਂ ਕਰਕੇ ਜੀ ਉਹ ਜਿਹੜੇ ਵੀ ਨਗਰ ਕੀਰਤਨ ਉੱਥੇ ਜ਼ਿਆਦਾਤਰ ਹੁੰਦੇ ਆ, ਤੇ ਅਸੀਂ ਜਾਂ ਮੇਲੇ ਹੁੰਦੇ ਆ, ਹੁਣ ਤਾਂ ਚਲੋ ਕਰੋਨਾ ਕਰਕੇ ਮੇਲੇ ਮੁੱਲੇ ਵੀ ਘੱਟ ਹੁੰਦੇ ਆ, ਤੇ ਸਾਡੇ ਟਰਾਂਸਪੋਰਟ ਵਾਲੇ, ਫਾਲਕਨ ਟਰਾਂਸਪੋਰਟ ਵਾਲੇ ਹਿੱਸਾ ਲੈਂਦੇ ਆ ਜੀ, ਬਖੂਬ ਹਿੱਸਾ ਲੈਂਦੇ ਆ। ਸੋ ਜਦੋਂ ਹੁਣ ਚਲੋ ਉੱਥੇ ਕਰੋਨਾ ਡਾਊਨ ਹੋ ਗਿਆ, ਕੰਮ ਆਏ ਗੈਦਰਿੰਗ ਹੋਣ ਲੱਗ ਗਈ, ਉੱਥੇ ਮੇਲਿਆਂ 'ਚ ਕਬੱਡੀ ਦੇ ਮੇਲਿਆਂ 'ਚ ਤੇ ਨਗਰ ਕੀਰਤਨਾਂ 'ਚ, ਗੁਰਦੁਆਰਿਆਂ ਦੇ ਮੇਲਿਆਂ 'ਚ ਇਹ ਜ਼ਰੂਰ ਹਿੱਸਾ ਬਣਿਆ ਕਰਨਾ ਜੀ। ਟਰੈਕਟਰ ਦੇ ਟਾਇਰਾਂ ਦੀ ਗੱਲ ਕਰ ਲੈਂਦੇ ਆ, ਤਾਂ ਜਿਹੜੇ ਆਮ ਨਾਰਮਲ ਟਾਇਰ ਉਦੋਂ ਪਹਿਲਾਂ ਠੀਕ ਨਾਰਮਲ ਟਾਇਰ ਹੁੰਦੇ ਸੀ, ਬਟ ਹੁਣ ਟਾਇਰ ਬਹੁਤ ਵੱਡੇ ਵੱਡੇ ਨੇ। ਇਹ ਕਿੰਨੇ ਇੰਚ ਹੁੰਦੇ ਨੇ? ਇਹ ਮੂਰਲੇ ਕਰਵਾਏ ਆ ਜੀ, ਪਿਛਲੇ ਤਾਂ 16 ਦੇ ਟਾਇਰ ਆ ਜੀ। ਤੇ ਹੁਣ ਜਾਣੀ ਕਿ ਇਹ ਟਾਇਰ ਦੇਖ ਕੇ ਸਾਡੇ ਕੋਲ ਜਿਹੜਾ ਪੁਰਾਣਾ ਟਰੈਕਟਰ ਆ, ਉਹਨਾਂ ਨੇ ਉਹਦਾ ਵੀ ਆਰਡਰ ਦਿੱਤਾ ਵੀ ਸਾਨੂੰ ਇਹੋ ਜਿਹੀ ਟਾਇਰ ਚਾਹੀਦਾ ਜੀ, ਨਾਲ ਇੱਕ ਹੋਰ ਟਾਇਰ ਵੀ ਭੇਜ ਰਹੇ ਉਹਨਾਂ ਨੂੰ। ਅੱਛਾ ਜੀ। ਹਾਂਜੀ, ਜਾਣੀ ਕਿ ਉਹ ਟਾਇਰਾਂ ਨੂੰ ਦੇਖ ਕੇ ਇੰਨੇ ਖੁਸ਼ ਹੋ ਗਏ ਵੀ ਸਾਨੂੰ ਟਾਇਰ ਹੀ ਇਹੋ ਜਿਹੇ ਚਾਹੀਦੇ ਆ। ਤੇ ਟਰਾਲੀ ਦੇ ਵੀ ਇਹੀ ਟਾਇਰ ਪਵਾਇਆ ਜੀ, 3 ਦੀ ਜੋੜੀ ਪਵਾਈ ਆ, 6 ਟਾਇਰ ਟਰਾਲੀ ਦੇ, ਉਹ ਵੀ ਸੇਮ ਇਹੀ ਪਵਾਇਆ ਜੀ।
ਹੁਣ ਤੋਂ ਇੱਕ ਟਰੈਕਟਰ, ਬੁਲਟ, ਜੀਪ, ਰੂਟਾਵੇਟਰ, ਇੱਕ ਗ੍ਰਾਸ ਕਟਰ ਤੇ ਸੈਕਿੰਡ 6 ਨੰਬਰ ਤੇ ਟਰਾਲੀ, 6 ਚੀਜ਼ਾਂ ਇੱਥੋਂ ਜਿਹੜੀਆਂ ਨੇ ਉੱਥੇ ਜਾ ਰਹੀਆਂ ਹਾਂਜੀ, ਉਹ 6 ਤਾਂ ਇਹ ਜਾ ਰਹੀਆਂ, ਹੋਰ ਵੀ ਨਿੱਕੇ ਮੋਟੇ ਕਾਫੀ ਜਾ ਰਹੀਆਂ ਜੀ। ਤੇ ਜਾਣੀ ਕਿ ਟੋਟਲ ਸਾਡੇ ਪ੍ਰੋਡਕਟ ਜਿਹੜੇ ਜਾ ਰਹੇ ਆ 11 12 ਤਾਂ ਹੈਗੇ ਨੇ ਜੀ। ਫੇਰ ਹੀ 2 ਕੰਟੇਨਰ ਭਰੇ ਜਾਣੇ ਆ, ਜੇ ਮਾੜੀ ਥੋੜੀ ਮੋਟੀ ਹੋਰ ਜਗ੍ਹਾ ਰਹਿ ਗਈ ਜਾਣੀ ਕਿ ਜੇ ਹੋਰ ਭਰ ਦੇਣਾ, ਜਾਣੀ ਕਿ ਖਾਲੀ ਨਹੀਂ ਕੋਈ ਜਗ੍ਹਾ ਛੱਡਣੀ ਜੀ, ਪੂਰਾ ਭਰ ਕੇ ਭੇਜਣਾ। ਹਾਂਜੀ ਬਿਲਕੁਲ ਬਿਲਕੁਲ ਜੀ। ਫਿਰ ਇੱਥੇ ਅਸੀਂ ਗੱਲ ਕਰ ਲੈਣੇ, ਜਦੋਂ ਇੰਡੀਆ ਤੁਸੀਂ ਆਉਂਦੇ ਹੋ, ਫਿਰ ਇੱਥੋਂ ਇੰਡੀਆ ਤੋਂ ਉੱਥੇ ਚਲੇ ਜਾਂਦੇ ਹੋ ਹਨਾ, ਫਿਰ ਉਦੋਂ ਦਿਲ ਲੱਗ ਜਾਂਦਾ ਕਿ ਪੰਜਾਬ ਦੀ ਮਿੱਟੀ ਫਿਰ ਖਿੱਚਦੀ ਹੈ, ਘਰ ਦੇ ਕਹਿੰਦੇ ਕਿ ਤੂੰ ਇੱਥੇ ਆਇਆ ਸੀ, ਹੁਣ ਠੀਕ ਹੈ। ਪੰਜਾਬ ਦਾ ਹੁੰਦੀ ਹੈ ਜੀ, ਜਾਣੀ ਕਿ ਮੈਨੂੰ ਹੋ ਗਏ ਜੀ 6.5 ਸਾਲ ਹੋ ਗਏ ਇੱਥੇ ਗਏ ਨੂੰ ਜੀ। ਮੈਂ ਤਾਂ ਹਰ ਸਾਲ ਇੱਥੇ ਆਉਣਾ ਜੀ, ਸਰਦੀਆਂ ਮੇਰੀਆਂ ਇੱਥੇ ਹੀ ਹੁੰਦੀਆਂ ਜੀ। ਪੰਜਾਬ ਦੀ ਮਿੱਟੀ ਇਹ ਤਾਂ ਜੀ ਜਦੋਂ ਬੰਦਾ ਜਿੰਨੇ ਸਾਲ ਮਰਜੀ ਉੱਥੇ ਜਾ ਵੜੇ, ਪੰਜਾਬ ਦੀ ਮਿੱਟੀ ਤਾਂ ਆਉਂਦੀ ਹੈ ਚੇਤੇ। ਹੁਣ ਜਿੱਦਾਂ ਕਿ ਇਹ ਦੇਖ ਲਓ ਜਿਨ੍ਹਾਂ ਦਾ ਸਮਾਨ ਆ ਜੀ, ਤੇ ਫਾਲਕਨ ਵਾਲੇ, ਤੇ ਇਹ ਵੀ ਕਿੰਨੇ ਸਾਲ ਹੋ ਗਏ ਉੱਥੇ ਗਏ ਨੂੰ, ਤੇ ਹੁਣ ਜੇ ਪੰਜਾਬ ਦੀ ਮਿੱਟੀ ਖਿੱਚ ਕੇ ਲੈ ਕੇ ਆ ਰਹੀ ਆ ਤਾਂ ਹੀ ਤਾਂ ਇੱਥੋਂ ਫਿਰ ਸਮਾਨ ਮੰਗਾ ਰਿਹਾ ਜੀ ਪੰਜਾਬ ਨਾਲ ਜੁੜਨ ਲਈ। ਸੋ ਇਹ ਤਾਂ ਜਿੰਨੇ ਜੋ ਮਰਜੀ ਬੰਦਾ ਖਿੱਚ ਲਵੇ ਜੀ, ਬਾਹਰ ਜਾ ਕੇ ਵੀ ਪੰਜਾਬ ਦੀ ਮਿੱਟੀ ਤਾਂ ਖਿੱਚਦੀ ਹੈ ਜੀ। ਬਿਲਕੁਲ। ਤੁਸੀਂ ਉੱਥੇ 6.5 ਸਾਲ ਤੋਂ ਸਮਾਂ ਗੁਜ਼ਾਰ ਰਹੇ ਹੋ, ਉੱਥੋਂ ਦਾ ਬਹੁਤ ਚੀਜ਼ਾਂ ਤੁਸੀਂ ਦੇਖੀਆਂ ਹੋਣਗੀਆਂ ਜੋ ਇੱਥੇ ਨਹੀਂ ਹੈ ਸਾਡੇ ਕੋਲ ਹਨਾ, ਤਾਂ ਉੱਥੇ ਕੀ ਕੁਝ ਮਹਿਸੂਸ ਕਰਦੇ ਹੋ, ਬਦਲਾਵ ਕਾਫੀ ਨਜ਼ਰ ਆਇਆ ਹੋਣਾ ਤੁਹਾਨੂੰ ਕਿ ਸਾਡੇ ਕੋਲ ਆਹ ਚੀਜ਼ ਦੀ ਘਾਟ ਹੈ, ਇਹ ਚੀਜ਼ ਹੋਣੀ ਚਾਹੀਦੀ ਹੈ। ਇੱਥੇ ਤਾਂ ਜਾਣੀ ਕਿ ਜੀ ਮੈਂ ਇੱਕ ਐਂ ਕਹਿ ਸਕਦਾ, ਜਿਹੜਾ ਬੰਦਾ ਬਾਹਰੋਂ ਆਉਂਦਾ ਉਹਨੂੰ ਕੀ ਲੱਗਦਾ, ਮੈਨੂੰ ਤਾਂ ਪਰਸਨਲੀ ਮੌਜ ਹੀ ਲੱਗਦੀ ਹੈ ਜੀ। ਇੱਦਾਂ ਕਿ ਜਿਵੇਂ ਬੱਬੂ ਮਾਨ ਗਿਆ ਨਾ, ਲੱਭਣੀ ਨਹੀਂ ਮੌਜ ਪੰਜਾਬ ਵਰਗੀ। ਸੋ ਇੱਥੇ ਐਂ ਹੈ ਜੀ, ਆਪਦੇ ਘਰੇ ਬੈਠੇ ਆ, ਬੇਫਿਕਰੇ ਆ। ਉਹ ਇੱਥੇ ਦੇਖਦੇ ਆਪਾਂ ਕਰਪਸ਼ਨ ਵੀ ਕਿੰਨਾ ਜ਼ਿਆਦਾ ਜੀ, ਜਿੱਦਾਂ ਕਿ ਹਰ ਜੇ ਕੋਈ ਸਹੀ ਵੀ ਹੋਵੇ ਉਹਨੂੰ ਬੰਦੇ ਨੂੰ ਖੱਜਲ ਖਵਾਰੀ ਕਿੰਨੀ ਹੁੰਦੀ ਆ। ਇਸੇ ਕਰਕੇ ਤਾਂ ਜੀ ਹੁਣ ਸਾਰੇ ਬਾਹਰ ਵੱਲ ਨੂੰ ਰੁੱਖ ਕਰ ਰਹੇ ਆ, ਸਾਰੇ ਬਾਹਰ ਵੱਲ ਨੂੰ ਜਾ ਰਹੇ ਆ। ਇਹੀ ਮੇਨ ਚੱਕਰ ਆ, ਪਰ ਮੇਨ ਚੱਕਰ ਆ ਜੀ ਐਸ਼ ਆ ਜਿਹੜੀ ਮੌਜ ਆ ਇੱਥੇ ਆ, ਉੱਥੇ ਹੈ ਨਹੀਂ। ਉੱਥੇ ਤਾਂ ਬੰਦਾ ਕੰਮ 'ਚ ਬਿਜ਼ੀ ਰਹਿੰਦਾ ਜੀ। ਹਾਂਜੀ ਹਾਂਜੀ। ਅਸੀਂ ਹੁਣ ਇਹਦੇ ਵੂਫਰ ਦੀ ਗੱਲ ਕਰ ਲੈਂਦੇ ਹਾਂ, ਉਹ ਵੀ ਬਿਲਕੁਲ ਚੇਂਜ ਹੈ ਔਰ ਨਵਾਵਾਂ ਆਵਾਜ਼ ਕਿੰਨੀ ਕੁ ਉੱਥੇ, ਕਿਉਂਕਿ ਇਹਨਾਂ ਤੋਂ ਉੱਥੇ ਮੈਨੂੰ ਲੱਗਦਾ ਨਹੀਂ ਕਿ ਸ਼ੋਰ ਸ਼ਰਾਬਾ ਕੈਨੇਡਾ 'ਚ ਇੰਨਾ ਪਸੰਦ ਹੈ। ਦਿਖਾਉਣਾ ਜਿਹੜੀ ਸਪੈਸ਼ਲ ਚੀਜ਼ ਅਸੀਂ ਇਹਦੇ ਤੇ ਕਰਵਾਈ ਆ, ਤੁਹਾਨੂੰ ਬੈਕ ਸਾਈਡ ਤੇ ਦਿਖਾਉਣਾ, ਜੇ ਲਾਈਟ ਚੱਲਦੀ ਆ ਜੀ, ਚੱਲਦੀਆਂ ਸਾਰੀਆਂ ਛੱਡੀਆਂ ਆ ਜੀ। ਪਲੇਟ ਆ ਸਪੈਸ਼ਲਿਟੀ, ਇਹਦੇ ਵਿੱਚ ਅਸੀਂ ਲਵਾਈ ਆ ਲਾਈਟਿੰਗ, ਤੇ ਇਹ ਹੁਣ ਤੁਹਾਨੂੰ ਮੈਂ ਚਲਾ ਕੇ ਦਿਖਾਉਂਗਾ ਜੀ। ਤੇ ਇਹ ਜਾਣੀ ਕਿ ਇਹਦੀ ਸਪੈਸ਼ਲਿਟੀ ਪਿੱਛੇ ਬਾਕਸ ਬਣਵਾਇਆ ਜੀ, ਇਹ ਪਲੇਟ ਲਵਾਈ ਆ। ਪਲੇਟ ਵੀ ਸਾਨੂੰ ਕਾਫੀ ਮਹਿੰਗੀ ਪਈ ਆ। ਇਹਦੇ 'ਚ ਲਾਈਟਿੰਗ ਵੀ ਬਹੁਤ ਵਧੀਆ ਹੁੰਦੀ ਜੀ, ਹਨੇਰਾ ਹੋਵੇ ਨਾ ਜਾਂ ਲਾਈਟਿੰਗ ਬਹੁਤ ਵਧੀਆ ਹੁੰਦੀ ਆ। ਸੋ ਇਹ ਲੱਗਿਆ ਜੀ ਸਿਸਟਮ ਬਣਵਾਇਆ ਸੀ, ਤੇ ਇਹਦੀ ਜਾਣੀ ਕਿ ਆਮ ਚਾਂਦੀ ਦੀ ਸਿਲਵਰ ਦੀ ਚਾਦਰ ਹੁੰਦੀ ਜੀ, ਸਟੀਲ ਦੀ ਲਵਾਈ ਆ ਤਾਂ ਕਿ ਇਹਨੂੰ ਕੋਈ ਕਾਲਸ਼ ਨਾ ਪਵੇ, ਤੇ ਇਦਾਂ ਹੀ ਰਵੇ। 5 ਸਾਲ ਹੋ ਜਾਣ, 6 ਸਾਲ, ਉਹਨੂੰ ਸੰਭਾਲ ਵਧੀਆ ਹੋਵੇ ਤੇ ਇਦਾਂ ਹੀ ਰਵੇ। ਹਾਂ ਜੀ ਬਿਲਕੁਲ। ਮੇਰਾ ਵਧੀਆ ਕੁਐਸਚਨ ਤੁਸੀਂ ਦੱਸ ਦਿੱਤਾ। ਇੱਕ ਜਿੱਦਾਂ ਨਾ ਕੋਈ ਉੱਥੇ ਪ੍ਰੋਬਲਮ ਆ ਜੇ ਟਰੈਕਟਰ ਨੂੰ, ਕੋਈ ਇਨ ਕੇਸ ਕੋਈ ਵੀ ਮਸ਼ੀਨਰੀ ਨੂੰ ਕਦੇ ਵੀ ਪ੍ਰੋਬਲਮ ਆ ਸਕਦੀ ਹੈ ਹਨਾ, ਤਾਂ ਫਿਰ ਉੱਥੇ ਇਹਨੂੰ ਮੋਡੀਫਾਈ ਕਰਨ ਦੇ ਲਈ, ਇਹਨੂੰ ਸੈੱਟ ਕਰਨ ਦੇ ਲਈ ਕਾਰੀਗਰ ਹੋਵੇਗਾ ਜਿਹਨੂੰ ਸਮਝ ਲਵੇਗਾ। ਇਹ ਨਾ ਜੀ ਜਿਹੜੇ ਸਾਡੇ ਜਰਨੈਲ ਬਾਈ ਹੋਣੀ ਨੇ, ਜਰਨੈਲ ਸਿੰਘ ਸਿੱਧੂ, ਜਿਹੜੇ ਟਰਾਂਸਪੋਰਟ ਆ ਫਾਲਕਨ ਵਾਲੇ, ਮੇਨ ਚੱਕਰ ਆ ਜੀ ਉਹ ਆਪ ਹੀ ਬਹੁਤ ਤਗੜੇ ਮਕੈਨਿਕ ਨੇ। ਉਹ ਅੱਛਾ। ਹਾਂਜੀ, ਉਹ ਤਾਂ ਕਹਿੰਦੇ ਜਿਵੇਂ ਮਰਜ਼ੀ ਲਿਆ ਦਿਓ, ਮੈਂ ਆਪੇ ਕਰ ਦੂੰ। ਜਿੱਦਾਂ ਕਿ 150 ਟਰੱਕਾਂ ਦੀ ਕੰਪਨੀ ਹੈ ਜੀ। ਹੁਣ 150 ਉਦੋਂ ਸੀਗੇ, ਮੈਨੂੰ ਹੁਣ 6 ਮਹੀਨੇ ਆਏ ਨੂੰ ਹੋ ਗਏ, ਹੁਣ ਤਾਂ ਪੌਣੇ 200 ਦੇ ਨੇੜੇ ਪਹੁੰਚ ਗਏ ਹੋਣੇ ਆ। ਤੇ ਉਹ ਆਪ ਹੀ ਮਕੈਨਿਕਾਂ ਦੇ ਲਾਗੇ ਆਪ ਹੀ ਸਾਰੇ ਸੈੱਟ ਸਹੀ ਕਰਵਾਉਂਦੇ ਜੀ। ਜਿਹੜੇ ਪੁਰਾਣੇ ਟਰੱਕ, ਚਲੋ ਨਵੇਂ ਟਰੱਕਾਂ ਨੂੰ ਤਾਂ ਪ੍ਰੋਬਲਮ ਨਹੀਂ ਆਉਂਦੀ, ਪੁਰਾਣੇ ਟਰੱਕਾਂ ਦੀ ਤਾਂ ਮਕੈਨਿਕੀ ਵੀ ਉਹ ਆਪ ਹੀ ਕਰਦੇ ਨੇ। ਉਹ ਆਫਿਸ 'ਚ ਵੀ ਹੁੰਦੇ ਆ, ਮਕੈਨਿਕੀ ਵੀ ਕਰਦੇ ਆ। ਸੋ ਜਾਣੀ ਕਿ ਉਹ ਉਧਰ ਬੇਫਿਕਰ ਆ, ਜੇ ਇਹਨੂੰ ਪ੍ਰੋਬਲਮ ਵੀ ਕੱਲ ਨੂੰ ਆਉਂਦੀ ਆ, ਸਾਨੂੰ ਕੋਈ ਟੈਨਸ਼ਨ ਨਹੀਂ ਕਿ ਨਾ ਸਾਨੂੰ ਕਿਸੇ ਨੂੰ ਫੋਨ ਕਰਨ ਦੀ ਲੋੜ ਆ, ਉਹਨਾਂ ਨੇ ਆਪ ਹੀ ਦੇਖ ਰੇਖ ਕਰ ਲੈਣੀ ਹੈ ਜੀ। ਬਿਲਕੁਲ ਜੀ। ਇਹ ਲਾਈਟਾਂ ਬਿਲਕੁਲ ਟਾਇਰਾਂ ਦੇ ਨੀਚੇ ਤੱਕ ਤੁਸੀਂ ਲਵਾਈਆਂ ਹੋਈਆਂ ਸੀ, ਦੇਖ ਰਹੇ ਹੋ ਬਿਲਕੁਲ। ਪ੍ਰਵਿੰਦਰ ਇੱਕ ਵਾਰ ਤੁਸੀਂ ਇੱਧਰ ਆ ਕੇ ਜ਼ਰੂਰ ਦਿਖਾਇਓ। ਦੇਖੋ ਬਿਲਕੁਲ ਨੀਚੇ ਤੱਕ ਜਿਹੜੀ ਟਰੈਕਟਰ ਦੀ ਜਿਹੜੀ ਲਾਈਟ ਹੈ ਇਸ ਟਾਈਮ ਚੱਲ ਵੀ ਰਹੀ ਹੈ। ਆ ਦੇਖੋ ਜੀ, ਬਿਲਕੁਲ ਤੁਸੀਂ ਨੀਚੇ ਤੱਕ ਦੇਖ ਸਕਦੇ ਹੋ ਕਿ ਇਹ ਟਾਇਰਾਂ ਦੇ ਹੇਠਾਂ ਤੱਕ ਕਮ ਸੇ ਕਮ ਕਿੰਨੀ 150 ਲਾਈਟ ਕਿਹਾ ਸੀ ਤੁਸੀਂ? 150 ਤਾਂ ਜ਼ਿਆਦਾ ਹੀ ਹੈ ਜੀ। 150 ਤਾਂ ਮੈਂ ਤੁਹਾਨੂੰ ਕਹਿਤਾ। ਮੈਂ ਕਿਹਾ ਚਲੋ ਅਗਲਾ ਕੁਐਸਚਨ ਪੁੱਛ ਲਵਾਂਗੇ, ਮੈਂ ਤਾਂ 150 ਕਹਤਾ ਸੀਗਾ। ਲਾਈਟਾਂ ਦਾ ਜੀ ਬਹੁਤ ਹੀ ਜ਼ਿਆਦਾ ਨੇ, ਯਾਨੀ ਕਿ ਬਹੁਤ ਜ਼ਿਆਦਾ ਲਾਈਟਾਂ ਲਵਾਏ। ਥੱਲੇ ਵੀ ਲਾਈਟਾਂ ਨੇ ਜੀ, ਲਾਈਟਾਂ ਹੀ ਦਿਖ ਰਹੀਆਂ ਇੱਥੇ। ਆਹ ਦੇਖ ਲਓ ਜੀ, ਇੱਦਾਂ ਗਣੀ ਜਾਵਾਂ, ਮੈਂ ਕਹਿੰਦਾ 100 ਤਾਂ ਇੱਥੇ ਦਿਖੀ ਜਾਂਦੀਆਂ ਜੀ। ਤੇ ਇਹ ਤਾਂ ਜਾਣੀ ਕਿ ਤੁਸੀਂ, ਮੈਂ ਤੁਹਾਨੂੰ 150 ਕਹਿਤਾ ਤੁਹਾਨੂੰ, ਤੇ ਜਾਣੀ ਕਿ ਕਾਫੀ ਜ਼ਿਆਦਾ ਲਾਈਟ ਆ ਜੀ। ਜੀ 150 ਦੇ ਕਰੀਬ ਲਾਈਟਾਂ, 18 ਹਾਰਨ ਨੇ, ਨਾਲ ਦੀ ਨਾਲ ਬਹੁਤ ਸੋਹਣਾ ਸਟੀਅਰਿੰਗ ਹੈ, ਵੱਡੇ ਵੱਡੇ ਟਾਇਰ ਨੇ, ਜੋ ਕਿ ਇਸ ਵੇਲੇ ਪੰਜਾਬ ਦਾ ਜਿਹੜਾ ਹੈ ਇਸ ਵੇਲੇ ਸ਼ਾਨ ਬਣੀ ਹੋਈ ਹੈ। ਤੇ ਇਹੀ ਜਿਹੜੀ ਸ਼ਾਨ ਹੈ ਇਸ ਤੋਂ ਬਾਅਦ ਕੈਨੇਡਾ ਤੇ ਜਾ ਕੇ ਵੀ ਬਣਨੀ ਹੈ। ਸੋ ਇਹ ਬਹੁਤ ਵਧੀਆ ਨੇ ਜਿਹੜੇ ਅਸੀਂ ਚੀਜ਼ਾਂ ਦੇਖ ਰਹੇ ਹਾਂ। ਸੋ ਇੱਕ ਵਾਰ ਇਹ ਨਾਲ ਖਾਸ ਗੱਲ ਇਹ ਕਿ ਅਸੀਂ ਇੰਗਲੈਂਡ ਦਾ ਜਿਹੜਾ ਝੰਡਾ ਹੈ ਉਹਦਾ ਵੀ ਨਿਸ਼ਾਨ ਦੇਖ ਰਹੇ ਹਾਂ। ਸੌਰੀ, ਹਾਂਜੀ ਕੈਨੇਡਾ ਦਾ ਜੀ, ਸੌਰੀ ਕੈਨੇਡਾ ਦਾ, ਸੌਰੀ। ਉਹ ਉਹਨਾਂ ਨੇ ਚਲੋ ਲਾਤਾ ਜੀ। ਪਹਿਲਾਂ ਮੈਂ ਤਾਂ ਕਹਿੰਦਾ ਸੀ ਆਪਾਂ ਵੀ ਇੰਡੀਆ ਦਾ ਲਵਾ ਲਈਏ ਇੱਥੇ, ਤੇ ਵੀ ਉੱਥੇ ਤਾਂ ਹੁਣ ਉਹ ਮੁਲਕ 'ਚ ਜਾਣਾ ਹੀ ਆ, ਉੱਥੇ ਤਾਂ ਝੰਡੇ ਚਲੋ ਬਾਕੀ ਵੀ ਹੈਗੇ, ਮੈਂ ਕਿਹਾ ਮਿਕਸ ਕਰ ਲੈਂਦੇ। ਬਾਕੀ ਜੀ ਮੇਨ ਗੱਲ ਜੇ ਤੁਸੀਂ ਇੱਥੇ ਦੇਖਿਆ ਹੋਵੇ, ਅਸੀਂ ਇੱਥੇ ਆ ਖਣਵਾਇਆ ਵਾ ਸਪੈਸ਼ਲ। ਤੁਸੀਂ ਉੱਪਰ ਆ ਜਾਓ।
ਉੱਪਰ ਦੇਖੋ ਆ ਦਿਖਾਓ ਜਾਂ ਕੈਮਰਾਮੈਨ ਦਿਖਾਓ, ਕਿਸਾਨ ਮਜ਼ਦੂਰ ਏਕਤਾ ਲਿਖਾਇਆ, ਜਿੰਦਾਬਾਦ ਲਿਖਾਇਆ ਜੀ ਇੱਥੇ। ਕੀ ਬਾਤ ਹੈ ਜੀ। ਇਹ ਬਹੁਤ ਖੂਬਸੂਰਤ ਚੀਜ਼ ਜਿਹੜੀ ਇਸ ਵੇਲੇ ਦੇਖਣ ਨੂੰ ਮਿਲੀ ਹੈ। ਤੁਸੀਂ ਦੇਖ ਸਕਦੇ ਹੋ ਸਟੀਅਰਿੰਗ ਦੇ ਉੱਪਰ ਕਿਸਾਨ ਮਜ਼ਦੂਰ ਏਕਤਾ ਜਿਹੜਾ ਲਿਖਾਇਆ ਗਿਆ ਹੈ। ਇਹ ਦੇਖੋ, ਇਹ ਸਟੀਲ ਹੈ, ਸਟੀਲ ਦੇ ਉੱਪਰ ਖੁਣਵਾਇਆ ਗਿਆ। ਹਾਂਜੀ ਹਾਂਜੀ ਹਾਂਜੀ, ਸਟੀਲ ਦੇ ਪੂਰਾ ਜੀ ਪ੍ਰੋਪਰ ਲੇਜ਼ਰ ਵਰਕ ਹੋਇਆ ਹੋਇਆ ਜੀ, ਜਾਨੀ ਕਿ ਐਸਾ ਵੈਸਾ ਕੋਈ ਵਰਕ ਨਹੀਂ ਹੋਇਆ, ਪੂਰਾ ਪ੍ਰੋਪਰ ਵਰਕ, ਪੂਰਾ ਸਫਾਈ ਵਾਲਾ ਕੰਮ ਕਰਵਾਇਆ ਹੋਇਆ ਜੀ। ਕੀ ਬਾਤ ਹੈ ਜੀ। ਇਹ ਬਹੁਤ ਹੀ ਖੂਬਸੂਰਤ। ਇੱਥੇ ਕਹਿੰਦੇ ਆ ਕਿ ਜੇਕਰ ਅਸੀਂ ਠਾਣ ਲਈਏ ਨਾ ਕਿ ਕੰਮ ਕਰਨਾ ਹੈ, ਜੇ ਚੀਜ਼ ਨੂੰ ਅਸੀਂ ਪਾਉਣਾ ਆ, ਤਾਂ ਚਾਹੇ ਉੱਥੇ ਪੰਜਾਬੀ ਕਦੀ ਪੈਸਾ ਨਹੀਂ ਦੇਖਦੇ ਹਨਾ, ਉੱਥੇ ਦੇਖਦੇ ਕਿ ਨਹੀਂ, ਜੋ ਆਇਆ ਹੱਥ 'ਚ, ਜੋ ਸੋਚਿਆ ਮਨ ਦੇ ਵਿੱਚ, ਅਸੀਂ ਉਹ ਕਰਨਾ ਹੀ ਆ। ਸੋ ਦੇਖੋ ਤੁਸੀਂ ਇੱਕ ਵਾਰ, ਕੀ ਬਾਤ ਹੈ, ਕਿੰਨੀ ਖੂਬਸੂਰਤ ਚੀਜ਼ ਹੈ ਕਿ ਕਿਸਾਨ ਮਜ਼ਦੂਰ ਏਕਤਾ। ਵੈਸੇ ਹੁਣ ਅਸੀਂ ਖੇਤੀਬਾੜੀ ਕਾਨੂੰਨਾਂ ਦੀ ਗੱਲ ਵੀ ਕਰ ਲੈਂਦੇ ਆ। ਦਿੱਲੀ ਵਿਖੇ ਬਹੁਤ ਸਾਰੇ ਕਿਸਾਨ ਬੈਠੇ ਹੋਏ ਨੇ ਸਰਹੱਦਾਂ। ਕਦੇ ਦਿੱਲੀ ਆਏ, ਗੈਸਟ ਗੇੜਾ ਮਾਰਿਆ? ਹਾਂਜੀ, ਮੈਂ ਜੀ ਜਦੋਂ ਆਇਆ ਮੇਰੇ 2 ਗੇੜੇ ਲੱਗ ਗਏ ਜੀ ਦਿੱਲੀ। 26 ਤਰੀਕ ਵਾਲੇ ਅਸੀਂ ਸਾਰੇ ਜਿਹੜੇ ਇੱਥੇ ਖੜੇ ਆ ਜੀ, 26 ਤਰੀਕ ਨੂੰ ਉੱਥੇ ਹੀ ਸੀਗੇ ਅਸੀਂ। ਸੋ ਸਾਡਾ ਤਾਂ ਪਲਾਨ ਵੀ ਸੀਗਾ, ਜੇ ਨੇੜੇ ਤੇੜੇ ਏਰੀਏ 'ਚ ਜਿੰਨਾ ਟਾਈਮ ਅਸੀਂ ਇੱਥੇ, ਹੁਣ ਜੀਪ ਦੇ ਵੀ ਅਸੀਂ ਆ ਝੰਡੀ ਲਾਈ ਆ ਜੀ, ਤੇ ਵੀ ਜੇ ਨੇੜੇ ਤੇੜੇ ਕੋਈ ਪ੍ਰੋਗਰਾਮ ਆਉਂਦਾ ਵੀ ਇੱਥੇ ਕਿਸੇ ਕਿਸਾਨ ਯੂਨੀਅਨ ਦਾ, ਤੇ ਅਸੀਂ ਉੱਥੇ ਵੀ ਇਹ ਟਰੈਕਟਰ ਵੀ ਲੈ ਕੇ ਆਉਣਾ, ਫਿਰ ਜੀਪ ਵੀ ਲੈ ਕੇ ਜਾਣੀ ਹੈ। ਬਿਲਕੁਲ ਬਿਲਕੁਲ। ਫਿਰ ਉਸ ਤੋਂ ਬਾਅਦ ਤੁਸੀਂ ਦਿੱਲੀ ਜਾ ਕੇ ਕੀ ਕੁਝ ਅਨੁਭਵ ਕਰਕੇ ਆਏ ਹੋ? ਕਿਉਂਕਿ ਬਹੁਤ ਸਮਾਂ ਜਿਹੜਾ ਹੈ, ਅਸੀਂ ਠੰਡ ਵੀ ਉੱਥੇ ਹੰਡਾ ਲਈ, ਹੁਣ ਗਰਮੀ ਵੀ ਅੱਤ ਦੀ ਪੈ ਰਹੀ ਹੈਗੀ ਹੈ। ਹਾਂਜੀ, ਦਿੱਲੀ ਜਾਣੀ ਕਿ ਜੀ ਬਹੁਤ ਏਕਤਾ ਜੀ ਆਪਣੇ ਕਿਸਾਨਾਂ 'ਚ। ਤੇ ਜਿੱਦਾਂ ਕਿ ਆਪਣੇ ਨੈਸ਼ਨਲ ਮੀਡੀਆ ਦਿਖਾਉਂਦਾ ਕਿ ਵੀ ਉੱਠ ਕੇ ਚਲੇ ਗਏ, ਚਲੋ ਉੱਠ ਕੇ ਹੁਣ ਤਾਂ ਆਉਣਾ ਸੀ, ਕਣਕਾਂ ਵੱਢਣੀਆਂ, ਤੂੜੀ ਬਣਾਉਣੀ ਹੈ, ਫਿਰ ਤਾਂ ਆਉਣਾ ਹੀ ਸਾਰੇ ਕਿਸਾਨਾਂ ਨੇ। ਪਰ ਇੰਨਾ ਏਕਾ ਜੀ ਮੈਂ ਕਹਿੰਦਾ ਪਹਿਲਾਂ ਦੇਖਿਆ ਨਹੀਂ ਗਿਆ ਹੋਣਾ ਜਿੰਨਾ ਕਿਸਾਨਾਂ ਦਾ, ਜੱਟਾਂ ਦਾ ਹੁਣ ਏਕਾ ਹੋਇਆ ਹੋਇਆ ਜੀ। ਤੇ ਜਾਣੀ ਕਿ ਜਿੱਤ ਤਾਂ ਹੋਣੀ ਚਾਹੀਦੀ ਹੈ ਤੇ ਮੈਨੂੰ ਲੱਗਦਾ ਹੋਊਗੀ ਵੀ ਜੀ। ਹਾਂਜੀ 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 ਜੀ ਬਿਲਕੁਲ, ਜਿੱਤ ਅਸੀਂ ਫਤਿਹ ਜ਼ਰੂਰ ਕਰਾਂਗੇ। ਦਿੱਲੀ ਦੀਆਂ ਸਰਹੱਦਾਂ ਤੇ ਇਸ ਵੇਲੇ ਕਿਸਾਨ ਬੈਠੇ ਹੋਏ ਨੇ। ਸੋ ਜੋ ਅੱਜ ਅਸੀਂ ਚੀਜ਼ ਦਿਖਾਈ ਹੈ, ਉਹਨਾਂ ਦਾ ਨਾਮ ਇੱਕ ਵਾਰ ਮੈਂ ਜ਼ਰੂਰ ਜਾਣਨਾ ਚਾਹਾਂਗੀ, ਜਿਨ੍ਹਾਂ ਦੇ ਕੋਲੇ ਸਾਰਾ ਸਮਾਨ ਜਾਣਾ ਹੈ। ਹਾਂਜੀ, ਜਰਨੈਲ ਸਿੰਘ ਸਿੱਧੂ ਨੇ ਜੀ, ਫਾਲਕਨ ਟਰਾਂਸਪੋਰਟ, ਉਹਨਾਂ ਦੀ ਫਾਲਕਨ ਟਰਾਂਸਪੋਰਟ ਜੀ, ਕੈਲੇਡਨ, ਟੋਰਾਂਟੋ, ਕੈਨੇਡਾ ਜੀ। ਬਿਲਕੁਲ ਜੀ, ਜਰਨੈਲ ਸਿੰਘ ਸਿੱਧੂ ਹੁਣਾਂ ਦੇ ਬਾਰੇ ਅਸੀਂ ਖਾਸ ਤੌਰ ਤੇ ਕਵਾਂਗੇ ਕਿ ਕਿਆ ਬਾਤ, ਉਹਨਾਂ ਦੀ ਸੋਚ ਨੂੰ ਸਲਾਮ ਕਰਦੇ, ਕਿਉਂਕਿ ਇੰਨਾ ਖੂਬਸੂਰਤ ਤਰੀਕੇ ਦੇ ਨਾਲ ਉਹਨਾਂ ਨੇ ਜਿਹੜਾ ਇੱਥੇ ਸਾਰਾ ਸਮਾਨ ਤਿਆਰ ਕਰਵਾਇਆ, ਔਰ ਪੰਜਾਬ ਤੋਂ ਸਪੈਸ਼ਲੀ ਪੰਜਾਬ ਤੋਂ ਹੀ ਤਿਆਰ ਕਰਵਾ ਕੇ ਇੱਥੇ ਲੈ ਕੇ ਜਾ ਰਹੇ ਨੇ। ਸੋ ਤੁਸੀਂ ਸਾਡੇ ਨਾਲ ਗੱਲਬਾਤ ਕੀਤੀ ਹੈ, ਸਾਡੇ ਨਾਲ ਜਿਹੜੀ ਹਰ ਇੱਕ ਚੀਜ਼ ਦੀ ਜਾਣਕਾਰੀ ਸਾਂਝਾ ਕੀਤੀ ਹੈ, ਤੁਹਾਡਾ ਬਹੁਤ ਬਹੁਤ ਸ਼ੁਕਰੀਆ ਮਨਦੀਪ ਜੀ ਔਰ ਸੁਖਦੇਵ ਜੀ। ਥੈਂਕ ਯੂ, ਤੁਹਾਡਾ ਬਹੁਤ ਬਹੁਤ ਤੇ ਮੋਸਟ ਵੈਲਕਮ ਜੀ, ਤੁਹਾਡਾ ਸਾਡੇ ਪਿੰਡ ਕੌਂਕੇ ਕਲਾਂ ਆਉਣ ਦੀ। ਸ਼ੁਕਰੀਆ ਤੁਹਾਡਾ ਵੀ। ਧੰਨਵਾਦ ਜੀ ਸਾਡੇ ਪਿੰਡ ਪਹੁੰਚਣ ਤੇ, ਡੇਲੀ ਪੋਸਟ ਦੀ ਸਾਰੀ ਟੀਮ ਦਾ, ਸਾਡੇ ਵੱਲੋਂ, ਸਾਡੇ 11 ਵਜੇ ਬੇਲੀਆਂ ਲਗਾਓ, ਤੁਹਾਡਾ ਬਹੁਤ ਬਹੁਤ ਥੈਂਕ ਯੂ ਜੀ। ਸੋ ਬਿਲਕੁਲ ਜੀ, ਇਹ ਸਨ ਸਾਡੇ ਨਾਲ ਮਨਦੀਪ ਔਰ ਸੁਖਦੇਵ ਸਿੰਘ। ਇਹ ਖੂਬਸੂਰਤ ਜੋ ਟਰੈਕਟਰ ਤੁਹਾਨੂੰ ਦਿਖਾਇਆ ਗਿਆ ਹੈ, ਜੀਪ ਦਿਖਾਈ ਗਈ ਹੈ, ਬੁਲਟ, ਔਰ ਹੋਰ ਵੀ ਜਿਹੜਾ 11 ਹੋਰ ਚੀਜ਼ਾਂ ਨੇ ਜਿਹੜੀਆਂ ਇੱਥੋਂ ਜਾਣਗੀਆਂ ਕੈਨੇਡਾ। ਸੋ ਇੱਥੇ ਜਿਸ ਤਰ੍ਹਾਂ ਮੁੰਡੇ ਜਦੋਂ ਵੀ ਸੜਕਾਂ ਤੇ ਨਿਕਲਦੇ ਨੇ ਤਾਂ ਇੰਨੇ ਖੂਬਸੂਰਤ ਜਿਹੜੇ ਟਰੈਕਟਰ ਸ਼ਿੰਗਾਰੇ ਹੁੰਦੇ ਨੇ, ਤੇ ਉਹੀ ਚੀਜ਼ ਸਾਨੂੰ ਜਿਹੜੀ ਹੈ ਕੈਨੇਡਾ ਦੀ ਧਰਤੀ ਤੇ ਜਾ ਕੇ ਵੀ ਦੇਖਣ ਨੂੰ ਮਿਲੇਗੀ। ਸੋ ਪੰਜਾਬੀ ਜਿੱਥੇ ਵੀ ਜਾਂਦੇ ਨੇ ਆਪਣਾ ਰਾਜ ਤੇ ਆਪਣਾ ਦਬਦਬਾ ਬਣਾ ਲੈਂਦੇ, ਤੇ ਇਸੇ ਤਰ੍ਹਾਂ ਪੰਜਾਬੀਆਂ ਨੇ ਫਿਰ ਤੋਂ ਸਾਬਤ ਕਰ ਦਿੱਤਾ ਹੈ ਕਿ ਭਾਈ ਅਸੀਂ ਪੰਜਾਬ ਤੋਂ ਵੀ ਜਿਹੜਾ ਫੋਰਨ ਤੱਕ ਆਪਣੀਆਂ ਜੀਪਾਂ ਔਰ ਟਰੈਕਟਰ ਜਿਹੜੇ ਲਿਜਾ ਸਕਦੇ ਆ। ਸੋ ਇਸੇ ਤਰ੍ਹਾਂ ਇੱਕ ਸ਼ਾਨ ਫਿਰ ਤੋਂ ਜਿਹੜੀ ਹੈ ਕੈਨੇਡਾ ਦੀ ਬਣਨ ਜਾ ਰਿਹਾ ਹੈ ਹਿੰਦੁਸਤਾਨ ਟਰੈਕਟਰ। ਸੋ ਹੁਣ ਤੁਹਾਡੇ ਤੋਂ ਲਵਾਂਗੇ ਅਸੀਂ ਆ ਗਿਆ ਸਹਿਯੋਗੀ ਸਾਥੀ ਪਰਵਿੰਦਰ ਸਿੰਘ ਦੇ ਨਾਲ ਮਨਦੀਪ ਕੌਰ ਸੰਧੂ, ਪਿੰਡ ਕੌਂਕੇ ਕਲਾਂ ਤੋਂ।